वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਉਸਤਾਂਤਰਕਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਅਜਮੇਰ ਸਿੰਘ, ਪੰਨਾ ਨੰਬਰ 57। ਭਾਗ ਤੀਜਾ, ਮੁੱਢਲਾ ਜੀਵਨ। ਭਾਈ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1996 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਸੱਦੇ ਪੱਤੀ ਦੇ ਸਰਦਾਰ ਬਦਨ ਸਿੰਘ ਦੇ ਖਾਨਦਾਨ ਵਿੱਚ ਹੋਇਆ। ਉਸ ਦੀ ਮਾਤਾ ਦਾ ਨਾਂ ਸਾਹਿਬ ਕੌਰ, ਪਿੰਡ ਮੋਹਾਲੀ, ਜ਼ਿਲ੍ਹਾ ਸੰਗਰੂਰ ਅਤੇ ਪਿਤਾ ਦਾ ਨਾਂ ਸਰਦਾਰ ਮੰਗਲ ਸਿੰਘ ਸੀ। ਸਰਦਾਰ ਮੰਗਲ ਸਿੰਘ ਸਰਦਾਰ ਬਦਨ ਸਿੰਘ ਦਾ ਜੇਠਾ ਪੁੱਤ ਸੀ। ਕਰਤਾਰ ਸਿੰਘ ਦੀ ਇੱਕ ਵੱਡੀ ਭੈਣ ਸੀ ਜਿਸ ਦਾ ਨਾਂ ਧਨ ਕੌਰ ਸੀ। ਉਸ ਦਾ ਵਿਆਹ ਪਿੰਡ ਰਾਜੋਆਣਾ ਦੇ ਸਰਦਾਰ ਹੁਕਮ ਸਿੰਘ ਨਾਲ ਹੋਇਆ। ਬੀਬੀ ਧਨ ਕੌਰ ਦੀ ਕੁੱਖ ਤੋਂ 3 ਬੀਬੀਆਂ ਅਤੇ ਇੱਕ ਕਾਕਾ ਸਰਦਾਰ ਬਚਨ ਸਿੰਘ ਪੈਦਾ ਹੋਏ। ਜਦ ਲੁਧਿਆਣੇ 5 ਮਾਰਚ 1957 ਨੂੰ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਭਾਈ ਕਰਤਾਰ ਸਿੰਘ ਸਰਾਭਾ ਦੇ ਬੁੱਤ ਦਾ ਉਦਘਾਟਨ ਕੀਤਾ ਤਾਂ ਬੀਬੀ ਧਨ ਕੌਰ ਨੇ ਉੱਥੇ ਆਪਣੇ ਛੋਟੇ ਵੀਰ ਦੀ ਯਾਦ ਵਿੱਚ ਬਹੁਤ ਭਾਵ ਭਿੰਨੀ ਤਕਰੀਰ ਕੀਤੀ ਸੀ। ਪੰਜਾਬ ਸਰਕਾਰ ਨੇ ਬੀਬੀ ਨੂੰ ਸਿਰਫ 15 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ। ਬੀਬੀ ਜੀ ਦਸੰਬਰ 1941 ਵਿੱਚ ਅਕਾਲ ਚਲਾਣਾ ਕਰ ਗਏ। ਕਰਤਾਰ ਸਿੰਘ ਅਜੇ ਮਸਾਂ 5 ਕੁ ਸਾਲਾਂ ਦਾ ਸੀ ਕਿ ਜਦੋਂ ਬਦਕਿਸਮਤੀ ਨਾਲ ਉਸ ਦੇ ਪਿਤਾ ਜੀ 1901 ਈਸਵੀ ਵਿੱਚ ਸਰਗਵਾਸ ਹੋ ਗਏ। ਪਿਤਾ ਦੀ ਮੌਤ ਤੋਂ 7 ਕੁ ਸਾਲਾਂ ਦੇ ਵਕਫੇ ਬਾਅਦ ਉਸ ਦੇ ਮਾਤਾ ਜੀ ਵੀ ਬਿਮਾਰੀ ਦੀ ਵਜ੍ਹਾ ਕਰਕੇ ਸਦੀਵੀ ਵਿਛੋੜਾ ਦੇ ਗਏ। ਮਾਤਾ ਅਤੇ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਣ ਤੋਂ ਬਾਅਦ ਕਰਤਾਰ ਸਿੰਘ ਦੇ ਦਾਦੇ ਸਰਦਾਰ ਬਦਨ ਸਿੰਘ ਨੇ ਆਪਣੇ ਪੋਤਰੇ ਨੂੰ ਪੂਰੇ ਲਾਡ ਪਿਆਰ ਨਾਲ ਪਾਲਿਆ ਅਤੇ ਉਸ ਅੰਦਰ ਉੱਤਮ ਇਨਸਾਨੀ ਗੁਣ ਭਰਨ ਵੱਲ ਉਚੇਚਾ ਧਿਆਨ ਦਿੱਤਾ। ਡਾਇਰੈਕਟਰੀ ਆਫ ਦੀ ਗਦਰ ਮੂਵਮੈਂਟ ਨਾਮੀ ਸਰਕਾਰੀ ਦਸਤਾਵੇਜ਼ ਵਿੱਚ ਸਰਦਾਰ ਬਦਨ ਸਿੰਘ ਬਾਰੇ ਦਰਜ ਹੈ ਕਿ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਦਾ ਬਦਨ ਸਿੰਘ ਕਰਤਾਰ ਸਿੰਘ ਦਾ ਦਾਦਾ ਹੈ। ਉਹ ਇਨਕਲਾਬੀ ਲਹਿਰ ਦਾ ਹਮਦਰਦ ਹੈ ਅਤੇ ਕਿਹਾ ਜਾਂਦਾ ਹੈ ਕਿ ਉਸਨੇ ਹੀ ਆਪਣੇ ਪੋਤਰੇ ਨੂੰ ਖੁੱਲ੍ਹੀ ਹਿੰਸਾ ਲਈ ਉਕਸਾਇਆ ਸੀ। ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਸਰਦਾਰ ਬਦਨ ਸਿੰਘ ਗੁਰਸਿੱਖ ਹੋਣ ਦੇ ਨਾਤੇ ਸਿੱਖ ਆਦਰਸ਼ਾਂ ਵਿੱਚ ਨਿਸ਼ਠਾ ਰੱਖਦਾ ਸੀ ਅਤੇ ਕੁਦਰਤੀ ਤੌਰ ਤੇ ਉਸ ਨੇ ਕਰਤਾਰ ਸਿੰਘ ਨੂੰ ਬਚਪਨ ਵਿੱਚ ਇਹਨਾਂ ਆਦਰਸ਼ਾਂ ਦੀ ਪਾਣ ਚਾੜ੍ਹ ਦਿੱਤੀ ਸੀ। ਕਰਤਾਰ ਸਿੰਘ ਦੀ ਮਾਤਾ ਦਾ ਨਾਂ ਸਾਹਿਬ ਕੌਰ ਹੋਣਾ ਉਸ ਦੇ ਨਾਨਕੇ ਪਰਿਵਾਰ ਦੇ ਸਿੱਖੀ ਪਿਆਰ ਵਿੱਚ ਰੰਗੇ ਹੋਣ ਦੀ ਸ਼ਾਹਿਦੀ ਭਰਦਾ ਹੈ। ਗੁਰਸਿੱਖ ਪਰਿਵਾਰ ਵਿੱਚ ਜਨਮੇ ਅਤੇ ਧਾਰਮਿਕ ਮਾਹੌਲ ਵਿੱਚ ਵੱਡੇ ਹੋਏ ਬੱਚੇ ਦੇ ਮਨ ਅੰਦਰ ਸਹਿਜ ਭਾਹੀ ਧਾਰਮਿਕ ਪਿਆਰ ਅਤੇ ਸ਼ਰਧਾ ਦੇ ਬੀਜ ਬੀਜੇ ਜਾਂਦੇ ਹਨ ਜਿਹੜੇ ਯੋਗ ਮੌਕੇ ਤੇ ਪੁੰਗਰ ਪੈਂਦੇ ਹਨ। 1 ਸਦੀ ਪਹਿਲਾਂ ਜਦੋਂ ਅਜੇ ਸਾਡੇ ਸਮਾਜ ਅੰਦਰ ਆਧੁਨਿਕ ਵਿਚਾਰਾਂ ਦਾ ਬੋਲਬਾਲਾ ਨਹੀਂ ਹੋਇਆ ਸੀ ਅਤੇ ਸਿੱਖ ਮਾਪਿਆਂ ਦੇ ਮਨ ਵਿਗਿਆਨਵਾਦ ਅਤੇ ਤਰਕਸ਼ੀਲਤਾ ਦੀ ਲਾਗ ਤੋਂ ਸੁਰਖਰੂ ਸਨ, ਉਦੋਂ ਬੱਚੇ ਦਾਦੇ ਦਾਦੀਆਂ ਕੋਲੋਂ ਗੁਰੂਆਂ ਬਾਰੇ ਸਾਖੀਆਂ ਸੁਣ ਕੇ ਅਤੇ ਗੁਰਪੁਰਬਾਂ ਮੌਕੇ ਸਜਣ ਵਾਲੇ ਦੀਵਾਨਾਂ ਚੋਂ ਵੀਰ ਗਥਾਵਾਂ ਸਰਵਣ ਕਰਕੇ ਸਿੱਖ ਜੁਝਾਰੂ ਵਿਰਸੇ ਤੋਂ ਸਹਿਜ ਭਾਹੀ ਜਾਣੂ ਹੋ ਜਾਂਦੇ ਸਨ। ਇਸ ਤਰ੍ਹਾਂ ਉਹਨਾਂ ਅੰਦਰ ਸਿੱਖ ਸੰਸਕਾਰਾਂ ਦੀ ਮਜ਼ਬੂਤ ਬੁਨਿਆਦ ਟਿਕ ਜਾਂਦੀ ਸੀ। ਸਰਦਾਰ ਬਦਨ ਸਿੰਘ ਦਾ ਪਰਿਵਾਰ ਚੰਗਾ ਸਰਦਾ ਪੁੱਜਦਾ ਅਤੇ ਪੜ੍ਹਿਆ ਲਿਖਿਆ ਸੀ। ਪੰਜਾਬ ਵਿੱਚ ਖਾਲਸਾ ਰਾਜ ਦਾ ਅੰਤ ਹੋਣ ਤੋਂ ਬਹੁਤ ਚਿਰ ਪਹਿਲਾਂ ਹੀ ਅੰਗਰੇਜ਼ਾਂ ਨੇ ਆਪਣੇ ਰਾਜ ਦੀ ਹੱਦ ਸਤਲੁਜ ਦਰਿਆ ਤੱਕ ਵਧਾ ਲਈ ਸੀ। ਬਸਤੀਵਾਦੀ ਹਾਕਮਾਂ ਨੇ ਯੁੱਧ ਨੀਤਕ ਖਿਆਲ ਨਾਲ ਲੁਧਿਆਣੇ ਫੌਜੀ ਛਾਉਣੀ ਕਾਇਮ ਕਰ ਲਈ ਸੀ। ਇਸ ਦੇ ਨਾਲ ਹੀ ਈਸਾਈ ਮਿਸ਼ਨਰੀਆਂ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ। ਈਸਾਈ ਮਤ ਦੇ ਪ੍ਰਚਾਰ ਲਈ ਉਹਨਾਂ ਨੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ। ਗੁਰਮੁਖੀ ਦਾ ਛਾਪਾਖਾਨਾ ਲੁਧਿਆਣੇ ਸਥਾਪਿਤ ਕੀਤਾ ਗਿਆ। ਈਸਾਈ ਮਿਸ਼ਨਰੀਆਂ ਨੇ ਪੰਜਾਬੀ ਦੀ ਵਿਆਕਰਨ ਛਾਪੀ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਪ੍ਰਚਾਰ ਸਮੱਗਰੀ ਛਾਪ ਕੇ ਵੰਡਣੀ ਸ਼ੁਰੂ ਕਰ ਦਿੱਤੀ। ਅੰਗਰੇਜ਼ ਸਰਕਾਰ ਨੇ ਆਪਣੀਆਂ ਬਸਤੀਵਾਦੀ ਪ੍ਰਬੰਧਕੀ ਲੋੜਾਂ ਪੂਰੀਆਂ ਕਰਨ ਲਈ ਦੇਸੀ ਵਸੋਂ ਵਿੱਚੋਂ ਇੱਕ ਪੜ੍ਹਿਆ ਲਿਖਿਆ ਵਰਗ ਪੈਦਾ ਕਰਨ ਦੀ ਯੁੱਧ ਨੀਤਕ ਪਹੁੰਚ ਅਪਣਾਈ ਸੀ।
ਉਹਨਾਂ ਨੇ 19ਵੀਂ ਸਦੀ ਦੇ ਦੂਸਰੇ ਅੱਧ ਵਿੱਚ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਅਲੱਗ-ਅਲੱਗ ਦਰਜੇ ਦੇ ਸਕੂਲ ਖੋਲ੍ਹ ਦਿੱਤੇ ਸਨ। ਲੁਧਿਆਣੇ ਵਿੱਚ ਸਭ ਤੋਂ ਪਹਿਲਾ ਮਿਸ਼ਨ ਹਾਈ ਸਕੂਲ ਬਣਿਆ। ਇਸ ਤਰ੍ਹਾਂ ਲੁਧਿਆਣਾ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚੋਂ ਕਾਫੀ ਲੋਕ ਪੜ੍ਹ ਲਿਖ ਕੇ ਚੰਗੇ ਸਰਕਾਰੀ ਅਹੁਦਿਆਂ ਤੇ ਪਹੁੰਚ ਗਏ ਸਨ। ਕਈਆਂ ਨੇ ਸਰਕਾਰੀ ਠੇਕੇਦਾਰੀ ਜਾਂ ਹੋਰਨਾਂ ਕਾਰੋਬਾਰਾਂ ਵਿੱਚੋਂ ਚੋਖੀਆਂ ਕਮਾਈਆਂ ਕਰ ਲਈਆਂ ਸਨ। ਭਾਈ ਕਰਤਾਰ ਸਿੰਘ ਦੇ 3 ਚਾਚੇ ਸਰਦਾਰ ਬਿਸ਼ਨ ਸਿੰਘ, ਡਾਕਟਰ ਵੀਰ ਸਿੰਘ ਅਤੇ ਸਰਦਾਰ ਬਖਸ਼ੀਸ਼ ਸਿੰਘ ਪੜ੍ਹੇ ਲਿਖੇ ਅਤੇ ਸਰਕਾਰੀ ਨੌਕਰ ਸਨ। ਇਸੇ ਕਰਕੇ ਕਰਤਾਰ ਸਿੰਘ ਦੇ ਦਾਦੇ ਸਮੇਤ ਉਸ ਦੇ ਚਾਚਿਆਂ ਦੀ ਇਹ ਤਮੰਨਾ ਸੀ ਕਿ ਉਹ ਵੀ ਪੜ੍ਹ ਲਿਖ ਕੇ ਕਿਸੇ ਚੰਗੇ ਸਰਕਾਰੀ ਅਹੁਦੇ ਉੱਤੇ ਪਹੁੰਚੇ, ਖੇਤੀਬਾੜੀ ਵਿੱਚ ਨਾ ਪਵੇ। ਦਾਦਾ ਜੀ ਨੇ ਮੁੱਢ ਤੋਂ ਹੀ ਕਰਤਾਰ ਸਿੰਘ ਦੇ ਮਨ ਅੰਦਰ ਖੇਤੀਬਾੜੀ ਕਰਨ ਨਾਲੋਂ ਪੜ੍ਹਨ ਦੀ ਰੁਚੀ ਅਤੇ ਲਗਨ ਪੈਦਾ ਕਰਨ ਵੱਲ ਉਚੇਚਾ ਧਿਆਨ ਦਿੱਤਾ। ਮੁੱਢਲੀ ਪੜ੍ਹਾਈ। ਉਸ ਵਕਤ ਸਰਾਭਾ ਪਿੰਡ ਅੰਦਰ ਪ੍ਰਾਇਮਰੀ ਤੱਕ ਦਾ ਹੀ ਸਕੂਲ ਸੀ। ਇਸ ਕਰਕੇ ਬਾਲ ਕਰਤਾਰ ਸਿੰਘ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਸਕੂਲ ਦੇ ਹੀ ਪਿੰਡ ਵਿੱਚੋਂ ਕੀਤੀ। ਇਸ ਤੋਂ ਬਾਅਦ ਉਹ ਕਿਹੜੇ-ਕਿਹੜੇ ਸਕੂਲਾਂ ਵਿੱਚੋਂ ਪੜ੍ਹਿਆ, ਇਸ ਬਾਰੇ ਪੂਰੀ ਸਹੀ ਜਾਣਕਾਰੀ ਨਹੀਂ ਮਿਲਦੀ। ਅਲੱਗ-ਅਲੱਗ ਸੂਤਰਾਂ ਤੋਂ ਮਿਲਦੀ ਜਾਣਕਾਰੀ ਕਾਫੀ ਸਵੈ ਵਿਰੋਧਾਂ ਅਤੇ ਉਲਝਣਾਂ ਭਰੀ ਹੈ। ਕਿਸੇ ਵੀ ਸਕੂਲ ਤੋਂ ਕੋਈ ਪ੍ਰਮਾਣਿਕ ਸਬੂਤ ਨਾ ਮਿਲਣ ਕਰਕੇ ਪੂਰੇ ਯਕੀਨ ਨਾਲ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਫਿਰ ਵੀ ਕੁਝ ਤੱਥ ਅਜਿਹੇ ਹਨ ਜਿਨ੍ਹਾਂ ਨੂੰ ਕਿੰਤੂ ਰਹਿਤ ਮੰਨਿਆ ਜਾ ਸਕਦਾ ਹੈ। ਸਰਾਭਾ ਪਿੰਡ ਤੋਂ 3 ਕੁ ਮੀਲ ਦੇ ਫਾਸਲੇ ਨਾਲ ਪਿੰਡ ਗੁਜਰਾਵਾਲ ਵਿੱਚ ਉਸ ਵੇਲੇ ਮਿਡਲ ਸਕੂਲ ਸੀ। ਬਹੁਤ ਸਾਰੀਆਂ ਥਾਵਾਂ ਤੇ ਇਹ ਜ਼ਿਕਰ ਆਉਂਦਾ ਹੈ ਕਿ ਬਾਲ ਕਰਤਾਰ ਸਿੰਘ ਪ੍ਰਾਇਮਰੀ ਪਾਸ ਕਰਨ ਉਪਰੰਤ ਗੁਜਰਾਵਾਲ ਦੇ ਮਿਡਲ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ। ਉੱਥੇ ਉਹ ਕਿੰਨਾ ਚਿਰ ਪੜ੍ਹਿਆ, ਇਸ ਬਾਰੇ ਕਾਫੀ ਅਲੱਗ-ਅਲੱਗ ਰਾਵਾਂ ਹਨ। ਕਈਆਂ ਮੁਤਾਬਕ ਉਸ ਨੇ ਗੁਜਰਾਵਾਲ ਦੇ ਸਕੂਲ ਤੋਂ 8ਵੀਂ ਜਮਾਤ ਪਾਸ ਕੀਤੀ, ਪਰ ਕਰਤਾਰ ਸਿੰਘ ਸਰਾਭਾ ਦੇ ਸਮਕਾਲੀ ਅਤੇ ਗੁਆਂਢੀ ਪਿੰਡ ਗੁਜਰਾਵਾਲ ਦੇ ਗਿਆਨੀ ਨਾਹਰ ਸਿੰਘ ਦੇ ਲਿਖਣ ਅਨੁਸਾਰ ਉਹ ਪ੍ਰਾਇਮਰੀ ਪਾਸ ਕਰਕੇ ਹੀ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਦਾਖਲ ਹੋ ਗਿਆ ਸੀ ਅਤੇ ਉਸਨੇ 8ਵੀਂ ਜਮਾਤ ਉੱਥੋਂ ਪਾਸ ਕੀਤੀ ਸੀ ਅਤੇ ਇਸ ਤੋਂ ਬਾਅਦ ਉਹ ਮਿਸ਼ਨ ਸਕੂਲ ਵਿੱਚ ਪੜ੍ਹਨੇ ਪੈ ਗਿਆ ਸੀ। ਪਰ ਕੁਝ ਲਿਖਤਾਂ ਵਿੱਚ ਮਿਸ਼ਨ ਸਕੂਲ ਦੀ ਥਾਵੇਂ ਆਰੀਆ ਸਕੂਲ ਅਤੇ ਕੁਝ ਵਿੱਚ ਇਸਲਾਮੀਆ ਸਕੂਲ ਲਿਖਿਆ ਮਿਲਦਾ ਹੈ। ਜ਼ਿਆਦਾਤਰ ਲਿਖਤਾਂ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਜਦੋਂ ਉਹ 7ਵੀਂ ਜਮਾਤ ਵਿੱਚ ਹੋ ਗਿਆ ਸੀ ਤਾਂ ਉਸ ਦੇ ਚੰਚਲ ਮਨ ਅੰਦਰ ਇਹ ਫੁਰਨਾ ਆਇਆ ਕਿ ਉਹ ਕੱਲੀ ਜਮਾਤ ਪਾਸ ਕਰਨ ਦੀ ਥਾਵੇਂ ਕਿਉਂ ਨਾ ਛਾਲ ਮਾਰ ਕੇ 2 ਜਮਾਤਾਂ ਅੱਗੇ ਲੰਘਿਆ ਜਾਵੇ। ਇਹ ਅਕਾਦਮਿਕ ਉਡਾਰੀ ਮਾਰਨ ਦੇ ਵਿਚਾਰ ਨਾਲ ਉਸਨੇ 7ਵੀਂ ਵਿੱਚ ਖਾਲਸਾ ਸਕੂਲ ਵਿੱਚੋਂ ਆਪਣਾ ਨਾਂ ਕਟਵਾ ਲਿਆ ਅਤੇ ਫਿਰ ਆਪਣੇ ਵੱਲੋਂ ਪੂਰੀ ਹੁਸ਼ਿਆਰੀ ਨਾਲ ਸਰਟੀਫਿਕੇਟ ਅੰਦਰ 7ਵੀਂ ਦੀ ਥਾਂ 9ਵੀਂ ਕਰ ਲਈ ਅਤੇ ਇਸੇ ਤਰੀਕੇ ਨਾਲ ਲੁਧਿਆਣਾ ਦੇ ਹੀ ਆਰੀਆ ਸਕੂਲ ਵਿੱਚ 9ਵੀਂ ਜਮਾਤ ਵਿੱਚ ਦਾਖਲਾ ਲੈ ਲਿਆ। ਕਿਹਾ ਜਾਂਦਾ ਹੈ ਕਿ ਕੁਝ ਚਿਰ ਤਾਂ ਸਕੂਲ ਵਾਲਿਆਂ ਨੂੰ ਉਸ ਦੀ ਇਸ ਚੁਸਤੀ ਦਾ ਪਤਾ ਨਾ ਲੱਗਿਆ, ਪਰ ਪਿੱਛੋਂ ਕਿਸੇ ਭੇਤੀ ਨੇ ਇਹ ਭੇਤ ਪ੍ਰਗਟ ਕਰ ਦਿੱਤਾ, ਜਿਸ ਕਰਕੇ ਉਸ ਦੀ ਆਰੀਆ ਸਕੂਲ ਤੋਂ ਛੁੱਟੀ ਹੋ ਗਈ। ਪਰ ਜੇਕਰ ਉਸ ਵੇਲੇ ਸਕੂਲਾਂ ਵਿੱਚ ਪ੍ਰਚਲਿਤ ਵਿੱਦਿਆ ਦੇ ਸਿਸਟਮ ਨੂੰ ਦੇਖਿਆ ਜਾਵੇ ਤਾਂ ਉਪਰੋਕਤ ਕਹਾਣੀ ਪੂਰੀ ਤਰ੍ਹਾਂ ਠੀਕ ਨਹੀਂ ਜਾਪਦੀ। ਉਸ ਵੇਲੇ ਸਕੂਲ ਪੱਧਰ ਦੀ ਵਿੱਦਿਆ ਦਾ ਪੈਟਰਨ ਇਹ ਸੀ ਕਿ 8ਵੀਂ ਜਮਾਤ ਤੱਕ ਸਾਰੀ ਵਿੱਦਿਆ ਵਰਨੈਕੂਲਰ ਯਾਨੀ ਕਿ ਸਥਾਨਕ ਭਾਸ਼ਾ ਵਿੱਚ ਹੀ ਦਿੱਤੀ ਜਾਂਦੀ ਸੀ, ਜਿਸ ਕਰਕੇ 8ਵੀਂ ਜਮਾਤ ਨੂੰ ਵਰਨੈਕੂਲਰ ਫਾਈਨਲ ਕਿਹਾ ਜਾਂਦਾ ਸੀ। ਪੰਜਾਬ ਅੰਦਰ ਅੰਗਰੇਜ਼ ਸਰਕਾਰ ਦੀ ਵਿਸ਼ੇਸ਼ ਨੀਤੀ ਤਹਿਤ ਮਾਂ ਬੋਲੀ ਪੰਜਾਬੀ ਨੂੰ ਢਾਹ ਲਾਉਣ ਦੇ ਮਨੋਰਥ ਨਾਲ ਵਰਨੈਕੂਲਰ ਭਾਸ਼ਾ ਦਾ ਰੁਤਬਾ ਪੰਜਾਬੀ ਦੀ ਥਾਂ ਉਰਦੂ ਨੂੰ ਦਿੱਤਾ ਗਿਆ ਸੀ, ਜਿਸ ਕਰਕੇ 8ਵੀਂ ਜਮਾਤ ਤੱਕ ਸਾਰੀ ਵਿੱਦਿਆ ਉਰਦੂ ਵਿੱਚ ਹੀ ਦਿੱਤੀ ਜਾਂਦੀ ਸੀ। ਸਰਕਾਰੀ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣੀ ਮਨ੍ਹਾ ਸੀ। 8ਵੀਂ ਦਾ ਸਰਟੀਫਿਕੇਟ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਜਾਂਦਾ ਸੀ। 8ਵੀਂ ਤੱਕ ਅੰਗਰੇਜ਼ੀ ਉੱਕਾ ਹੀ ਨਹੀਂ ਪੜ੍ਹਾਈ ਜਾਂਦੀ ਸੀ। ਵਰਨੈਕੂਲਰ ਫਾਈਨਲ ਤੋਂ ਬਾਅਦ ਹੀ ਹਾਈ ਸਕੂਲ ਵਿੱਚ ਪਹਿਲੇ 2 ਸਾਲ ਨਿਰੋਲ ਅੰਗਰੇਜ਼ੀ ਪੜ੍ਹਾਈ ਸਿਖਾਈ ਜਾਂਦੀ ਸੀ, ਜਿਸ ਨੂੰ ਜੂਨੀਅਰ ਅਤੇ ਸੀਨੀਅਰ ਪਾਸ ਕਰਨਾ ਕਿਹਾ ਜਾਂਦਾ ਸੀ। ਇਸ ਤੋਂ ਬਾਅਦ ਹੀ 9ਵੀਂ ਵਿੱਚ ਦਾਖਲਾ ਮਿਲਦਾ ਸੀ। 9ਵੀਂ ਜਮਾਤ ਨੂੰ 4th ਹਾਈ ਕਿਹਾ ਜਾਂਦਾ ਸੀ ਅਤੇ ਇਸ ਨਾਲ ਅੰਗਰੇਜ਼ੀ ਅਤੇ ਉਰਦੂ ਇਕੱਠੀਆਂ ਪੜ੍ਹਾਈਆਂ ਜਾਂਦੀਆਂ ਸਨ। ਇਸ ਲਿਹਾਜ਼ ਨਾਲ ਕਰਤਾਰ ਸਿੰਘ ਸਰਾਭਾ ਵੱਲੋਂ 8ਵੀਂ ਜਮਾਤ ਨੂੰ ਬਾਈਪਾਸ ਕਰਕੇ 7ਵੀਂ ਚੋਂ ਸਿੱਧਾ 9ਵੀਂ ਜਮਾਤ ਵਿੱਚ ਦਾਖਲਾ ਲੈ ਸਕਣਾ ਮੰਨਣਯੋਗ ਨਹੀਂ ਹੋ ਸਕਦਾ।
ਜੂਨੀਅਰ ਅਤੇ ਸੀਨੀਅਰ ਵਿੱਚ ਅੰਗਰੇਜ਼ੀ ਦਾ ਅਭਿਆਸ ਕਰਨ ਤੋਂ ਬਿਨਾਂ 9ਵੀਂ ਦੀ ਅੰਗਰੇਜ਼ੀ ਪੜ੍ਹ ਸਕਣੀ ਕਤਈ ਸੰਭਵ ਨਹੀਂ ਸੀ। ਵੈਸੇ ਵੀ 8ਵੀਂ ਦਾ ਸਰਟੀਫਿਕੇਟ ਜਿਹੜਾ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਜਾਂਦਾ ਸੀ, ਵਿਖਾਏ ਬਗੈਰ 9ਵੀਂ ਜਮਾਤ ਵਿੱਚ ਦਾਖਲਾ ਕਿਵੇਂ ਮਿਲ ਸਕਦਾ ਸੀ। ਇਸ ਕਰਕੇ ਵੱਧ ਸੰਭਾਵਨਾ ਇਹ ਹੈ ਕਿ ਕਰਤਾਰ ਸਿੰਘ ਨੇ ਖਾਲਸਾ ਸਕੂਲ ਤੋਂ ਜੂਨੀਅਰ ਅਤੇ ਸੀਨੀਅਰ ਪਾਸ ਕਰ ਲੈਣ ਤੋਂ ਬਾਅਦ 9ਵੀਂ ਜਮਾਤ 'ਚੋਂ ਆਪਣਾ ਨਾਂ ਕਟਵਾ ਕੇ ਹੱਥ ਨਾਲ 9ਵੀਂ ਦੀ ਥਾਂ 10ਵੀਂ ਕਰ ਲਿਆ ਹੋਵੇਗਾ ਅਤੇ ਇਸ ਆਧਾਰ 'ਤੇ ਇਸਲਾਮੀਆ ਸਕੂਲ ਕਰਤਾਰ ਸਿੰਘ ਸਰਾਭਾ ਦੇ ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਰੀਆ ਸਕੂਲ ਜਾਂ ਮਿਸ਼ਨ ਸਕੂਲ ਵਾਲੀ ਗੱਲ ਸਹੀ ਨਹੀਂ ਹੈ, ਵਿੱਚ 10ਵੀਂ ਜਮਾਤ ਵਿੱਚ ਦਾਖਲਾ ਲੈ ਲਿਆ ਹੋਵੇਗਾ। ਖੈਰ, ਕਿਵੇਂ ਵੀ ਹੋਇਆ, ਉਸਦੇ ਦਾਦਾ ਜੀ ਅਤੇ ਚਾਚਿਆਂ ਨੂੰ ਕਰਤਾਰ ਸਿੰਘ ਦੀ ਇਸ ਨਾਦਾਨ ਅਤੇ ਅਨੈਤਿਕ ਹਰਕਤ 'ਤੇ ਜ਼ਰੂਰ ਅਫਸੋਸ ਅਤੇ ਦੁੱਖ ਹੋਇਆ ਹੋਵੇਗਾ। ਇਸ ਵਾਰਦਾਤ ਤੋਂ ਬਾਅਦ ਕਰਤਾਰ ਸਿੰਘ ਦੇ ਦਾਦੇ ਅਤੇ ਚਾਚਿਆਂ ਨੇ ਰਲ ਕੇ ਫੈਸਲਾ ਕੀਤਾ ਕਿ ਉਸ ਨੂੰ ਲੁਧਿਆਣਿਓਂ ਕੱਢ ਕੇ ਉੜੀਸਾ ਆਪਣੇ ਕੋਲ ਰੱਖ ਕੇ ਸਿੱਧੀ ਨਿਗਰਾਨੀ ਹੇਠ ਪੜ੍ਹਾਇਆ ਜਾਵੇ। ਇਸ ਤਰੀਕੇ ਨਾਲ ਭਾਈ ਕਰਤਾਰ ਸਿੰਘ ਆਪਣੇ 2 ਚਾਚਿਆਂ ਸਰਦਾਰ ਬਖਸ਼ੀਸ਼ ਸਿੰਘ ਅਤੇ ਸਰਦਾਰ ਵੀਰ ਸਿੰਘ ਕੋਲ ਉੜੀਸਾ ਚਲਾ ਗਿਆ। ਉੱਥੇ ਉਸਦਾ ਚਾਚਾ ਬਖਸ਼ੀਸ਼ ਸਿੰਘ ਜੰਗਲਾਤ ਦੇ ਮਹਿਕਮੇ ਵਿੱਚ ਅਫਸਰ ਸੀ ਅਤੇ ਵੀਰ ਸਿੰਘ ਡਾਕਟਰੀ ਦਾ ਕਿੱਤਾ ਕਰਦਾ ਸੀ। ਦੋਵੇਂ ਚਾਚੇ ਉੜੀਸਾ ਦੇ ਮਸ਼ਹੂਰ ਸ਼ਹਿਰ ਕਟਕ ਵਿੱਚ ਇਕੱਠੇ ਇੱਕੋ ਘਰ ਵਿੱਚ ਰਹਿੰਦੇ ਸਨ। ਕਰਤਾਰ ਸਿੰਘ ਦੀਆਂ ਦੋਨੋਂ ਚਾਚੀਆਂ ਵੀ ਸਕੀਆਂ ਭੈਣਾਂ ਸਨ। ਉੜੀਸਾ ਉਸ ਵੇਲੇ ਬੰਗਾਲ ਪ੍ਰੈਜ਼ੀਡੈਂਸੀ ਦਾ ਹਿੱਸਾ ਸੀ। ਉੱਥੇ 19ਵੀਂ ਸਦੀ ਦੇ ਆਰੰਭ ਵਿੱਚ ਹੀ ਪੱਛਮੀ ਤਰਜ਼ ਉੱਤੇ ਪੜ੍ਹਾਈ ਦਾ ਸਿਲਸਿਲਾ ਆਰੰਭ ਹੋ ਗਿਆ ਸੀ। ਸੁਭਾਵਿਕ ਹੀ ਉੱਥੇ ਸਕੂਲਾਂ ਵਿੱਚ ਅੰਗਰੇਜ਼ੀ ਦਾ ਪੱਧਰ ਕਾਫੀ ਉੱਚਾ ਹੋਵੇਗਾ। ਕਟਕ ਵਿੱਚ 1876 ਈਸਵੀ ਵਿੱਚ ਰੇਵਨੇਸ਼ਾ ਕਾਲਜ ਚਾਲੂ ਹੋ ਗਿਆ ਸੀ। ਕਰਤਾਰ ਸਿੰਘ ਸਰਾਭਾ ਰੇਵਨੇਸ਼ਾ ਦੇ ਕਾਲਜੀਏਟ ਸਕੂਲ ਵਿੱਚ ਪੜ੍ਹਨੇ ਪੈ ਗਿਆ ਸੀ, ਜਿੱਥੋਂ ਉਸ ਨੇ 1912 ਵਿੱਚ 10ਵੀਂ ਜਮਾਤ ਪਾਸ ਕਰ ਲਈ ਸੀ। ਉੜੀਸਾ ਵਿੱਚ ਅੰਗਰੇਜ਼ੀ ਪੜ੍ਹਾਈ ਦਾ ਪੱਧਰ ਉੱਚਾ ਹੋਣ ਕਰਕੇ ਕਰਤਾਰ ਸਿੰਘ ਨੂੰ ਅੰਗਰੇਜ਼ੀ ਪੜ੍ਹਨ, ਲਿਖਣ ਅਤੇ ਬੋਲਣ ਦਾ ਚੰਗਾ ਅਭਿਆਸ ਹੋ ਗਿਆ ਸੀ, ਜਿਹੜਾ ਅਮਰੀਕਾ ਜਾ ਕੇ ਉਸਦੇ ਬਹੁਤ ਕੰਮ ਆਇਆ। ਬਚਪਨ ਦੇ ਗੁਣ ਲੱਛਣ। ਕਰਤਾਰ ਸਿੰਘ ਸਰਾਭਾ ਦੇ ਸੰਗਰਾਮੀਏ ਸਾਥੀ ਗਿਆਨੀ ਹਰਭਜਨ ਸਿੰਘ ਚਮਿੰਡਾ ਦੇ ਦੱਸਣ ਅਨੁਸਾਰ ਕਰਤਾਰ ਸਿੰਘ ਪੜ੍ਹਾਈ ਵਿੱਚ ਐਡਾ ਹੁਸ਼ਿਆਰ ਨਹੀਂ ਸੀ। ਬਾਹਲਾ ਖੇਡਣ ਕੁੱਦਣ ਵਿੱਚ ਹੀ ਧਿਆਨ ਰੱਖਦਾ ਸੀ, ਪਰ ਇਸ ਦਾ ਬਾਬਾ ਇਸ ਨੂੰ ਬਹੁਤ ਘੱਟ ਝਿੜਕਦਾ ਹੁੰਦਾ ਸੀ। ਇਹ ਨਿਚਲਾ ਬਹਿਣਾ ਤਾਂ ਜਾਣਦਾ ਹੀ ਨਹੀਂ ਸੀ। ਇਸ ਵਿੱਚ ਬਹੁਤ ਫੁਰਤੀ ਅਤੇ ਚਲਾਕੀ ਸੀ। ਪਿੰਡ ਦੇ ਮੁੰਡੇ ਇਸ ਨੂੰ ਅਫਲਾਤੂ ਆਖਿਆ ਕਰਦੇ ਸਨ। ਕਰਤਾਰ ਸਿੰਘ ਖੇਡਾਂ ਵਿੱਚ ਬੜਾ ਹੁਸ਼ਿਆਰ ਸੀ। ਉਹ ਸਕੂਲ ਵਿੱਚ ਹਾਕੀ ਖੇਡਦਾ ਸੀ। ਲੜਕਿਆਂ ਦਾ ਇਹ ਜਮਾਂਦਰੂ ਆਗੂ ਸੀ ਅਤੇ ਆਗੂਆਂ ਦੀਆਂ ਸਾਰੀਆਂ ਹੀ ਸਿਫਤਾਂ ਇਸ ਵਿੱਚ ਸਨ। ਇਹ ਤਰਤੀਬ ਬੜੀ ਸੋਹਣੀ ਰੱਖ ਸਕਦਾ ਸੀ। ਆਪਣਾ ਵੱਖਰਾ ਹੀ ਜਥਾ ਇਸ ਨੇ ਬਣਾਇਆ ਹੋਇਆ ਸੀ। ਸੁਭਾਅ ਦਾ ਬੜਾ ਹਸਮੁਖ ਅਤੇ ਮਸਖਰਾ ਸੀ। ਹਰ ਇੱਕ ਲੜਕਾ ਉਸ ਦਾ ਸੰਗੀ ਬਣਨ ਵਿੱਚ ਬੜਾ ਪ੍ਰਸੰਨ ਰਹਿੰਦਾ ਸੀ। ਕਰਤਾਰ ਸਿੰਘ ਦੇ ਚੰਚਲ ਸੁਭਾਅ ਦੀ ਪੁਸ਼ਟੀ ਕਈ ਸੋਮਿਆਂ ਤੋਂ ਹੁੰਦੀ ਹੈ। ਉਸ ਦੇ ਬਚਪਨ ਦੇ ਬੇਲੀਆਂ ਅਤੇ ਸਕੂਲ ਦੇ ਸਾਥੀਆਂ ਮੁਤਾਬਕ ਉਹ ਹਰ ਵੇਲੇ ਟਪੂ ਕਰਦਾ ਰਹਿੰਦਾ ਸੀ, ਜਿਸ ਕਰਕੇ ਉਸ ਦੇ ਸਹਿਪਾਠੀਆਂ ਨੇ ਉਸ ਦਾ ਨਾਂ ਉੱਡਣਾ ਸੱਪ ਪਾਇਆ ਹੋਇਆ ਸੀ। ਬਾਅਦ ਵਿੱਚ ਜਾ ਕੇ ਉਸ ਨੇ ਥੋੜ੍ਹੇ ਜਿਹੇ ਜੀਵਨ ਅੰਦਰ ਹੀ ਜਿਸ ਕਿਸਮ ਦੀਆਂ ਬੁਲੰਦ ਅਤੇ ਬੇਪਰਵਾਹ ਉਡਾਰੀਆਂ ਮਾਰੀਆਂ ਅਤੇ ਜਿਸ ਕਿਸਮ ਦੇ ਜਾਬਾਜ਼ ਕਾਰਨਾਮੇ ਕੀਤੇ, ਉਹਨਾਂ ਤੋਂ ਸਾਬਿਤ ਹੋ ਜਾਂਦਾ ਹੈ ਕਿ ਉਸ ਦੇ ਬਚਪਨ ਦੇ ਬੇਲੀਆਂ ਨੇ ਉਸ ਦਾ ਲੱਛਣ ਚਿੱਤਰਨ ਕਿੰਨਾ ਠੀਕ ਕੀਤਾ ਸੀ। ਮਾਲਵਾ ਖਾਲਸਾ ਹਾਈ ਸਕੂਲ। ਲੁਧਿਆਣਾ ਵਿੱਚ ਸਭ ਤੋਂ ਪਹਿਲਾਂ ਮਿਸ਼ਨ ਹਾਈ ਸਕੂਲ ਬਣਿਆ। ਫਿਰ 1895 ਈਸਵੀ ਵਿੱਚ ਆਰੀਆ ਹਾਈ ਸਕੂਲ ਅਤੇ ਇਸ ਦੇ 2 ਸਾਲ ਬਾਅਦ 1897 ਈਸਵੀ ਵਿੱਚ ਇਸਲਾਮੀਆ ਹਾਈ ਸਕੂਲ ਚਾਲੂ ਹੋਇਆ। 1905 ਈਸਵੀ ਵਿੱਚ ਮਾਲਵਾ ਖਾਲਸਾ ਹਾਈ ਸਕੂਲ ਆਰੰਭ ਹੋਇਆ। ਕਰਤਾਰ ਸਿੰਘ ਨੇ ਖਾਲਸਾ ਸਕੂਲ ਵਿੱਚ 2 ਸਾਲ ਤੋਂ ਵਧੇਰੇ ਸਮਾਂ ਗੁਜ਼ਾਰਿਆ। ਉਸ ਦੀ ਸ਼ਖਸੀਅਤ ਉੱਤੇ ਇਸ ਦਾ ਜੋ ਅਸਰ ਪਿਆ ਹੋ ਸਕਦਾ ਹੈ, ਉਸ ਦਾ ਅੰਦਾਜ਼ਾ ਹੇਠ ਦਿੱਤੇ ਵਰਣਨਾਂ ਤੋਂ ਲਾਇਆ ਜਾ ਸਕਦਾ ਹੈ। ਗਿਆਨੀ ਹਰਭਜਨ ਸਿੰਘ ਚਮਿੰਡਾ, ਜਿਹੜਾ ਉਮਰ ਦੇ ਲਿਹਾਜ਼ ਨਾਲ ਕਰਤਾਰ ਸਿੰਘ ਦਾ ਲਗਭਗ ਹਾਣੀ ਅਤੇ ਉਸ ਦੇ ਗੁਆਂਢੀ ਪਿੰਡ ਦਾ ਵਸਨੀਕ ਹੋਣ ਤੋਂ ਇਲਾਵਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਜਥੇ ਦਾ ਨਿਸ਼ਠਾਵਾਨ ਮੈਂਬਰ
ਹੋਣ ਦੇ ਨਾਤੇ ਜਿਸ ਨੇ ਫਿਰੋਜ਼ਪੁਰ ਛਾਉਣੀ ਅੰਦਰ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਕਰਨ ਦੇ ਅਸਫਲ ਯਤਨ ਵਿੱਚ ਅਹਿਮ ਹਿੱਸਾ ਲਿਆ ਸੀ ਅਤੇ ਇਸ ਬਦਲੇ ਉਸ ਨੂੰ ਸਰਕਾਰੀ ਕਰੋਪੀ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਆਪਣੇ ਜੀਵਨ ਦੀਆਂ ਯਾਦਾਂ ਅੰਦਰ ਖਾਲਸਾ ਸਕੂਲ ਬਾਰੇ ਹੇਠ ਲਿਖੀ ਜਾਣਕਾਰੀ ਦਿੱਤੀ ਹੈ। 1911 ਵਿੱਚ ਜਦੋਂ ਮੈਂ ਵਰਨੈਕੂਲਰ ਫਾਈਨਲ ਦਾ ਇਮਤਿਹਾਨ ਪਾਸ ਕਰ ਲਿਆ ਤਾਂ ਮੇਰੇ ਵੱਡੇ ਭਰਾ ਨੇ ਮੈਨੂੰ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਵਿੱਚ ਦਾਖਲ ਕਰਵਾ ਦਿੱਤਾ। ਉੱਥੇ ਮੈਂ ਬੋਰਡਿੰਗ ਹਾਊਸ ਵਿੱਚ ਰਹਿੰਦਾ ਹੁੰਦਾ ਸੀ। ਪਹਿਲਾਂ ਪਹਿਲ ਕੁਝ ਸਮਾਂ ਫੀਲਡ ਗੰਜ ਵਿੱਚ ਇੱਕ ਕਮਰਾ ਕਿਰਾਏ ਉੱਤੇ ਲੈ ਕੇ ਰਹਿਣ ਦਾ ਪ੍ਰਬੰਧ ਕੀਤਾ ਸੀ। ਸਕੂਲ ਵਿੱਚ ਬੜੀ ਰੌਣਕ ਹੁੰਦੀ ਸੀ। ਸਿੱਖੀ ਪਿਆਰ ਠਾਠਾ ਮਾਰਦਾ ਸੀ। ਸਕੂਲ ਦਾ ਸਾਰਾ ਵਾਤਾਵਰਨ ਸਿੱਖੀ ਪਿਆਰ ਨਾਲ ਭਰਪੂਰ ਦਿਖਾਈ ਦਿੰਦਾ ਸੀ। ਹਰ ਵਿਦਿਆਰਥੀ ਲਈ ਇਹ ਲਾਜ਼ਮੀ ਸੀ ਕਿ ਉਹ ਸਿੱਖ ਰਹਿਤ ਵਿੱਚ ਪੂਰੀ ਤਰ੍ਹਾਂ ਨਾਲ ਤਿਆਰ ਬਰ ਤਿਆਰ ਹੋਵੇ। ਉਸ ਸਮੇਂ ਦੇ ਅਧਿਆਪਕਾਂ ਦਾ ਪ੍ਰਭਾਵ ਹੀ ਐਸਾ ਸੀ ਕਿ ਉਹਨਾਂ ਦੀ ਕਹੀ ਹੋਈ ਹਰ ਗੱਲ ਉੱਪਰ ਫੌਰਨ ਅਮਲ ਹੁੰਦਾ ਸੀ। ਸ਼ਾਇਦ ਇਸ ਦਾ ਇੱਕ ਕਾਰਨ ਇਹ ਵੀ ਹੋਵੇ ਕਿ ਉਹ ਅਧਿਆਪਕ ਕਹਿਣੀ ਅਤੇ ਕਰਨੀ ਦੇ ਪੂਰੇ ਸਨ। ਜੋ ਉਹ ਕਹਿੰਦੇ ਸਨ ਉਹੀ ਕੁਝ ਕਰਦੇ ਸਨ। ਜੇ ਉਹ ਸਾਨੂੰ ਸਿੱਖੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਵਸਾਉਣ ਦੀ ਪ੍ਰੇਰਨਾ ਕਰਦੇ ਸਨ ਤਾਂ ਇਹ ਠੋਸ ਹਕੀਕਤ ਹੈ ਕਿ ਉਹ ਆਪ ਵੀ ਇਹਨਾਂ ਉਪਦੇਸ਼ਾਂ ਉੱਪਰ ਪੂਰਾ ਅਮਲ ਕਰਦੇ ਸਨ। ਸਕੂਲ ਵਿੱਚ ਹਰ 8ਵੇਂ ਦਿਨ ਬੁੱਧਵਾਰ ਨੂੰ ਬੜਾ ਭਾਰੀ ਦੀਵਾਨ ਸਜਦਾ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਣੇ ਜਥੇ ਸਮੇਤ ਆ ਕੇ ਕੀਰਤਨ ਕਰਿਆ ਕਰਦੇ ਸਨ। ਸਕੂਲ ਦੇ ਸਾਰੇ ਬੱਚੇ ਇਕੱਠੇ ਹੋ ਕੇ ਜਦੋਂ ਪ੍ਰੇਮ ਮੁਗਧ ਹੋ ਕੇ ਗੁਰਬਾਣੀ ਦਾ ਗਾਇਨ ਕਰਦੇ, ਸ਼ਬਦ ਕੀਰਤਨ ਕਰਦੇ, ਰਸਭਿੰਨੀ ਆਵਾਜ਼ ਵਿੱਚ ਬੋਲਦੇ, ਆਪਣੇ ਪ੍ਰਭੂ ਪਰਮੇਸ਼ਰ ਨੂੰ ਯਾਦ ਕਰਨ ਲਈ ਉਸ ਦੀ ਸਿਫਤ ਸ਼ਲਾਘਾ ਦਾ ਅਲਾਪ ਕਰਦੇ ਤਾਂ ਸਾਰਾ ਵਾਯੂਮੰਡਲ ਇੱਕ ਅਨੋਖੇ ਵਜਦ ਵਿੱਚ ਗੂੰਜ ਉੱਠਦਾ। ਦੂਰ ਦੂਰ ਤੱਕ ਆਵਾਜ਼ ਸੁਣਾਈ ਦਿੰਦੀ। ਇਸ ਤਰ੍ਹਾਂ ਮੈਨੂੰ ਵੀ ਕੀਰਤਨ ਕਰਨ ਦਾ ਸ਼ੌਂਕ ਹੋ ਗਿਆ। 1914 ਵਿੱਚ ਮੈਂ ਇਸ ਭਾਈ ਰਣਧੀਰ ਸਿੰਘ ਦੇ ਜਥੇ ਕੋਲੋਂ ਅੰਮ੍ਰਿਤ ਛਕਿਆ। 9ਵੀਂ ਜਮਾਤ ਵਿੱਚ ਜਾ ਕੇ ਮੈਂ ਸਕੂਲ ਜਾਣਾ ਛੱਡ ਦਿੱਤਾ ਕਿਉਂਕਿ ਜਥੇ ਦੇ ਨਾਲ ਰਹਿਣ ਦਾ ਪੱਕਾ ਫੈਸਲਾ ਕਰ ਲਿਆ। ਇੱਕ ਹੋਰ ਜਗ੍ਹਾ ਗਿਆਨੀ ਹਰਭਜਨ ਸਿੰਘ ਚਮਿੰਡਾ ਨੇ ਖਾਲਸਾ ਸਕੂਲ ਦੇ ਵਾਤਾਵਰਨ ਦੀ ਤਸਵੀਰ ਇਸ ਤਰ੍ਹਾਂ ਪੇਸ਼ ਕੀਤੀ ਹੈ। ਇਸ ਸਕੂਲ ਦਾ ਵਾਤਾਵਰਨ ਸਿੱਖੀ ਪਿਆਰ, ਸਿੱਖੀ ਉਪਦੇਸ਼ ਅਤੇ ਸਿੱਖੀ ਰਹਿਤ ਮਰਿਆਦਾ ਨਾਲ ਭਰਪੂਰ ਸੀ। ਸਕੂਲ ਦੇ ਬੱਚਿਆਂ ਨੂੰ ਹਰ ਰੋਜ਼ ਸਿੱਖ ਇਤਿਹਾਸ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ, ਸ਼ਹੀਦੀ ਘਟਨਾਵਾਂ ਨੂੰ ਬਿਆਨ ਕੀਤਾ ਜਾਂਦਾ, ਗੁਰਮਤ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਜਾਂਦੀ। ਸਕੂਲ ਦੇ ਬੋਰਡਿੰਗ ਵਿੱਚ ਰਹਿਣ ਵਾਲੇ ਹਰ ਵਿਦਿਆਰਥੀ ਲਈ ਅੰਮ੍ਰਿਤ ਵੇਲੇ ਉੱਠਣਾ ਅਤੇ ਇਸ਼ਨਾਨ ਕਰਨਾ ਜ਼ਰੂਰੀ ਹੁੰਦਾ ਸੀ। ਫਿਰ ਸਾਰੇ ਬੋਰਡਸ ਇਕੱਠੇ ਹੋ ਕੇ ਗੁਰਦੁਆਰੇ ਜਾਂਦੇ, ਢੋਲਕੀਆਂ ਚਮਟਿਆਂ ਨਾਲ ਸ਼ਬਦ ਕੀਰਤਨ ਕਰਦੇ, ਜੋਟੀਆਂ ਦੇ ਸ਼ਬਦ ਪੜ੍ਹਦੇ, ਮਸਤੀ ਵਿੱਚ ਆ ਕੇ ਰਸਭਿੰਨੇ ਕੀਰਤਨ ਦੇ ਆਨੰਦ ਮਾਣਦੇ। ਕੀਰਤਨ ਦੀ ਸਮਾਪਤੀ ਦੇ ਉਪਰੰਤ ਗੁਰਵਾਕ ਲਿਆ ਜਾਂਦਾ, ਅਰਦਾਸ ਕੀਤੀ ਜਾਂਦੀ। ਇਹ ਸਾਰਾ ਪ੍ਰੋਗਰਾਮ ਵਿਦਿਆਰਥੀ ਆਪ ਆਪਣੇ ਸ਼ੌਂਕ ਨਾਲ ਨਿੱਤ ਕਰਦੇ। ਸਭਨਾਂ ਲਈ ਸਿੱਖੀ ਰਹਿਤ ਵਿੱਚ ਤਿਆਰ ਬਰ ਤਿਆਰ ਰਹਿਣਾ ਜ਼ਰੂਰੀ ਸੀ। ਰੇਵ ਕਛਹਿਰਾ ਪਹਿਨਣਾ, ਗਾਤਰਾ ਕਿਰਪਾਨ ਰੱਖਣੀ ਅਤੇ ਕੇਸਾਂ ਨੂੰ ਸਤਿਕਾਰ ਵਜੋਂ ਢੱਕ ਕੇ ਰੱਖਣਾ, ਕਮਰੇ ਵਿੱਚੋਂ ਨੰਗੇ ਸਿਰ ਬਾਹਰ ਨਿਕਲਣਾ ਭਾਰੀ ਅਵੱਗਿਆ ਸਮਝੀ ਜਾਂਦੀ ਸੀ। ਇਸੇ ਤਰ੍ਹਾਂ ਰਹਿਰਾਸ ਦੇ ਮੌਕੇ ਗੁਰਦੁਆਰੇ ਵਿੱਚ ਫਿਰ ਦੀਵਾਨ ਸਜਣਾ। ਗਿਆਨੀ ਨਾਹਰ ਸਿੰਘ ਜੀ, ਜਿਨ੍ਹਾਂ ਨੇ ਗਿਆਨੀ ਚਮਿੰਡਾ ਜੀ ਹੋਰਾਂ ਵਾਂਗ ਹੀ ਭਾਰਤ ਅੰਦਰ ਅੰਗਰੇਜ਼ ਸਰਕਾਰ ਦਾ ਤਖਤਾ ਪਲਟਣ ਦੀ ਅਸਫਲ ਕੋਸ਼ਿਸ਼ ਕਰਨ ਵਿੱਚ ਕਰਤਾਰ ਸਿੰਘ ਸਰਾਭਾ ਦਾ ਡਟਵਾਂ ਸਾਥ ਦਿੱਤਾ ਸੀ ਅਤੇ ਇਸ ਦੇ ਬਦਲੇ ਕਈ ਸਾਲ ਜੇਲ੍ਹਾਂ ਅੰਦਰ ਕਸ਼ਟਮਈ ਜੀਵਨ ਗੁਜ਼ਾਰਿਆ ਸੀ, ਨੇ ਵੀ ਮਾਲਵਾ ਖਾਲਸਾ ਸਕੂਲ ਬਾਰੇ ਹੇਠ ਲਿਖੀ ਜਾਣਕਾਰੀ ਦਿੱਤੀ ਹੈ। ਖਾਲਸਾ ਯੰਗਮੈਨ ਲੀਗ ਖਾਲਸਾ ਭੁਜੰਗੀ ਸਭਾ ਲੁਧਿਆਣਾ 1885 ਈਸਵੀ ਵਿੱਚ ਕਾਇਮ ਹੋਈ। ਖਾਲਸਾ ਹਾਈ ਸਕੂਲ ਲੁਧਿਆਣਾ ਦੇ ਜਾਰੀ ਹੋਣ ਤੋਂ ਪਹਿਲਾਂ ਸਿੱਖ ਲੜਕੇ ਬਹੁਤੇ ਮਿਸ਼ਨ ਹਾਈ ਸਕੂਲ ਵਿੱਚ ਹੀ ਪੜ੍ਹਿਆ ਕਰਦੇ ਸਨ। ਜੋ ਖਾਲਸਾ ਭੁਜੰਗੀ ਸਭਾ ਦਾ ਜ਼ੋਰ ਤੋਰ ਵੀ ਇਸੇ ਸਕੂਲ ਵਿੱਚ ਹੀ ਸੀ। ਜਦੋਂ ਖਾਲਸਾ ਸਕੂਲ ਲੁਧਿਆਣਾ ਦੇ ਖੁੱਲ੍ਹਣ ਦੇ ਖਿਆਲ ਅਤੇ ਉਦਮ ਆਰੰਭ ਹੋਣ ਲੱਗੇ, ਉਸ ਯਤਨ ਅਤੇ ਪ੍ਰੇਰਨਾ ਵਿੱਚ ਇਸ ਭੁਜੰਗੀ ਸਭਾ ਦਾ ਖਾਸ ਹਿੱਸਾ ਸੀ। ਆਪਣੇ ਜ਼ਮਾਨੇ ਵਿੱਚ ਇਸ ਸਭਾ ਦੀ ਹਸਤੀ ਪੰਥ ਪ੍ਰਸਿੱਧ ਸੀ। ਪੰਥਕ ਇਕੱਠਾਂ ਵਿੱਚ ਇਸ ਦੇ ਪ੍ਰਤੀਨਿਧਾਂ ਨੂੰ
ਖਾਸ ਤੌਰ ਤੇ ਬੁਲਾਇਆ ਜਾਂਦਾ ਸੀ ਤੇ ਹਰ ਪੰਥਕ ਮਾਮਲੇ ਵਿੱਚ ਇਹ ਸਭਾ ਹਿੱਸਾ ਲੈਂਦੀ ਸੀ। ਖਾਲਸਾ ਹਾਈ ਸਕੂਲ ਦੇ ਖੁੱਲ੍ਹ ਜਾਣ ਪਰ ਸਭਾ ਦਾ ਸਭ ਜ਼ੋਰ ਤੋਰ ਖਾਲਸਾ ਸਕੂਲ ਵਿੱਚ ਹੀ ਹੋ ਗਿਆ। ਸਕੂਲ 18 ਨਵੰਬਰ 1908 ਈਸਵੀ ਨੂੰ ਜਾਰੀ ਹੋਇਆ। 1909 ਤੋਂ ਲੈ ਕੇ 1914 ਤੱਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਸਭਾ ਦੇ ਹਫ਼ਤਾਵਾਰੀ ਦੀਵਾਨ, ਜੋ ਐਤਵਾਰ ਅਤੇ ਬੁੱਧਵਾਰ ਨੂੰ ਹੋਇਆ ਕਰਦੇ ਸਨ, ਉਹਨਾਂ ਵਿੱਚ ਕੀਰਤਨ ਕਰਿਆ ਕਰਦੇ। ਸਕੂਲ ਵਿੱਚ ਬਹੁਤ ਵਾਰ ਗੁਰਪੁਰਬਾਂ ਅਤੇ ਸਮਾਗਮਾਂ ਪਰ ਅੰਮ੍ਰਿਤ ਪ੍ਰਚਾਰ ਹੋਏ, ਜਿਨ੍ਹਾਂ ਵਿੱਚ ਭਾਈ ਸਾਹਿਬ ਵੀ ਸ਼ਾਮਿਲ ਹੁੰਦੇ ਰਹੇ। ਜੋ ਨਜ਼ਾਰੇ ਇਹਨਾਂ ਕੀਰਤਨ ਮੰਡਲਾਂ, ਨਗਰ ਕੀਰਤਨ ਦੇ ਸਮਿਆਂ, ਅਖੰਡ ਪਾਠਾਂ ਅਤੇ ਅੰਮ੍ਰਿਤ ਪ੍ਰਚਾਰ ਦੇ ਸਮਾਗਮਾਂ ਸਮੇਂ ਦੇਖਣ ਵਿੱਚ ਆਏ ਅਤੇ ਜੋ ਕੌਤਕ ਵਰਤੇ, ਉਹਨਾਂ ਨੂੰ ਉਸ ਸਮੇਂ ਦੇ ਦੇਖਣ ਵਾਲੇ ਹੀ ਅਨੁਭਵ ਕਰ ਸਕਦੇ ਹਨ। ਇੱਥੇ ਲਫ਼ਜ਼ਾਂ ਵਿੱਚ ਉਹ ਵਰਣਨ ਨਹੀਂ ਕੀਤੇ ਜਾ ਸਕਦੇ। ਜਦ ਬੰਨੇ ਦੇ ਹਾਤੇ ਉਸ ਗੁਰਦੁਆਰੇ ਵਾਲੇ ਮਕਾਨ ਨੂੰ ਦੇਖੀਦਾ ਹੈ ਤਾਂ ਪੁਰਾਣੇ ਸਭ ਨਜ਼ਾਰੇ ਅੱਖਾਂ ਅੱਗੇ ਆ ਕੇ ਆਪਣੀ ਯਾਦ ਨੂੰ ਤਾਜ਼ਾ ਕਰਨ ਵਾਲੀ ਝਲਕ ਦਿਖਾ ਜਾਂਦੇ ਹਨ। ਇਹਨਾਂ ਸਾਰੇ ਦੀਵਾਨਾਂ ਅਤੇ ਗੁਰਪੁਰਬਾਂ ਦੀ ਕਾਰਵਾਈ ਦਾ ਮੁਕੰਮਲ ਰਿਕਾਰਡ ਇਤਿਹਾਸਕ ਤੌਰ ਪਰ ਰੱਖਿਆ ਗਿਆ ਸੀ। ਅਫਸੋਸ ਕਿ 1914-15 ਵਿੱਚ ਜੋ ਮੁਕੱਦਮਾ ਸਾਜ਼ਿਸ਼ ਲਾਹੌਰ ਸੰਬੰਧੀ ਫੜੋ ਫੜੀ ਹੋਈ, ਜਿਸ ਦੇ ਸਿਲਸਿਲੇ ਵਿੱਚ ਭਾਈ ਰਣਧੀਰ ਸਿੰਘ ਜੀ ਅਤੇ ਦਾਸ ਭੀ ਹੋਰ ਸੱਜਣਾਂ ਸਮੇਤ ਫੜੇ ਗਏ ਸਨ, ਭਾਵੇਂ ਉਹਨਾਂ ਕਾਰਵਾਈ ਵਾਲੇ ਰਜਿਸਟਰਾਂ ਵਿੱਚ ਕੋਈ ਵੀ ਅਜਿਹੀ ਗੱਲ ਭੈ-ਭੀਤ ਕਰਨ ਵਾਲੀ ਨਹੀਂ ਸੀ, ਪਰ ਉਹ ਜ਼ਮਾਨਾ ਇਤਨਾ ਡਰ ਵਾਲਾ ਸੀ ਕਿ ਸਕੂਲ ਵਾਲਿਆਂ ਸਾਰੇ ਰਜਿਸਟਰ ਅਤੇ ਸਭ ਕਾਗਜ਼ ਪੱਤਰ ਹੀ ਅੱਗ ਦੀ ਭੇਟ ਕਰ ਦਿੱਤੇ। ਨਵੇਂ ਰਿਕਾਰਡ ਤੋਂ ਬਿਨਾਂ 1885 ਤੋਂ ਲੈ ਕੇ ਜੋ ਪੁਰਾਣਾ ਰਿਕਾਰਡ ਵੀ ਸੀ, ਉਹ ਸਭ ਸਾੜ ਦਿੱਤਾ ਗਿਆ। ਇਉਂ ਇਹ ਇੱਕ ਨਾਮ ਬਾਣੀ ਅਤੇ ਚਮਤਕਾਰਾਂ ਦਾ ਦਰਸਾਇਕ ਅਤੇ ਨੌਜਵਾਨਾਂ ਵਿੱਚ ਸਿੱਖੀ ਪ੍ਰੇਮ ਦੀ ਲਹਿਰ ਦਾ ਜਣਾਇਕ ਪੰਥਕ ਇਤਿਹਾਸ ਦਾ ਰਿਕਾਰਡ ਤਬਾਹ ਹੋ ਗਿਆ ਅਤੇ ਇਸ ਝੱਖੜ ਵਿੱਚ ਇਸ ਖਾਲਸਾ ਭੁਜੰਗੀ ਸਭਾ ਦਾ ਕੀਰਤਨ ਸੋਲਾ ਵੀ ਪਾੜਿਆ ਗਿਆ। ਖਾਲਸਾ ਸਕੂਲ ਦੇ ਇਹਨਾਂ ਉੱਪਰ ਦੱਸੇ ਸਮਾਗਮਾਂ ਵਿੱਚ ਜਿਨ੍ਹਾਂ ਭੁਜੰਗੀਆਂ ਅੰਮ੍ਰਿਤ ਛਕਿਆ, ਉਹਨਾਂ ਵਿੱਚ ਇੱਕ ਰੂਹ ਭਰ ਗਈ ਸੀ ਕਿ ਉਹਨਾਂ ਵਿੱਚੋਂ ਬਹੁਤਿਆਂ ਨੇ, ਜਿੱਥੇ ਕਿਤੇ ਵੀ ਉਹ ਸਨ, ਅਕਾਲੀ ਲਹਿਰ ਸਮੇਂ ਯਥਾ ਸ਼ਕਤ ਪੰਥ ਸੇਵਾ ਕੀਤੀ। ਹੁਣ ਵੀ ਜਦੋਂ ਉਸ ਸਮੇਂ ਦੇ ਪੜ੍ਹਨ ਵਾਲੇ ਸੱਜਣ ਮਿਲਦੇ ਹਨ ਤਾਂ ਉਹ ਬੀਤ ਚੁੱਕੇ ਨਜ਼ਾਰੇ ਦੀ ਯਾਦ ਤਾਜ਼ਾ ਕਰਕੇ ਆਨੰਦਿਤ ਹੁੰਦੇ ਹਨ। ਅਫਸੋਸ ਦੀ ਗੱਲ ਇਹ ਹੈ ਕਿ ਜਿਸ ਗੁਰਦੁਆਰੇ ਵਿੱਚ ਇਹ ਕੌਤਕ ਵਰਤੇ, ਉਹ ਹੁਣ ਗੁਰਦੁਆਰਾ ਨਹੀਂ। ਉਸ ਵੇਲੇ ਸਕੂਲ ਕਮੇਟੀ ਭੁਜੰਗੀ ਸਭਾ ਨੂੰ ਕੁੱਲ 200 ਰੁਪਏ ਵਿੱਚ ਇਹ ਗੁਰਦੁਆਰੇ ਵਾਲਾ ਮਕਾਨ ਦਿੰਦੀ ਸੀ, ਕਿਉਂਕਿ ਉਹ ਇੱਕ ਸਾਰੀ ਬਿਲਡਿੰਗ ਵੇਚ ਕੇ ਸ਼ਹਿਰੋਂ ਬਾਹਰ, ਜਿੱਥੇ ਹੁਣ ਖਾਲਸਾ ਸਕੂਲ ਹੈ, ਉੱਥੇ ਖਾਲਸਾ ਸਕੂਲ ਦੀ ਇਮਾਰਤ ਬਣਾਉਣਾ ਚਾਹੁੰਦੀ ਸੀ। ਅਗਸਤ 1914 ਵਿੱਚ ਜੋ ਮੀਟਿੰਗ ਭੁਜੰਗੀ ਸਭਾ ਦੀ ਹੋਈ, ਉਸ ਵਿੱਚ ਇਹ ਸਵਾਲ ਪੇਸ਼ ਕੀਤਾ ਗਿਆ, ਪਰ ਦਾਸ ਦੀ ਸੰਮਤੀ ਤੋਂ ਬਿਨਾਂ ਬਾਕੀ ਸਭ ਨੇ ਇਹੋ ਕਿਹਾ ਕਿ ਸਕੂਲ ਦੇ ਬਾਹਰ ਆ ਜਾਣ ਕਰਕੇ ਹੁਣ ਸ਼ਹਿਰ ਵਿੱਚ ਗੁਰਦੁਆਰੇ ਦੀ ਲੋੜ ਨਹੀਂ। ਪਰ ਹੁਣ ਕਈ ਪ੍ਰੇਮੀ ਕਹਿੰਦੇ ਹਨ ਕਿ ਇਹ ਗਲਤੀ ਹੋਈ ਹੈ। ਖਾਲਸਾ ਯੰਗਮੈਨ ਲੀਗ ਦੇ ਸਮਾਚਾਰ ਤਾਂ ਭਾਵੇਂ ਵਿਸ਼ੇਸ਼ ਹਨ, ਪਰ ਇੱਥੇ ਟੁੱਕ ਮਾਤਰ ਇੰਨਾ ਹੀ ਦੱਸਣਾ ਕਾਫੀ ਹੋਵੇਗਾ ਕਿ ਖਾਲਸਾ ਸਕੂਲ ਲੁਧਿਆਣਾ ਦੇ ਬਣਨ ਵਿੱਚ ਇਸ ਦੀ ਖਾਸ ਹਿੰਮਤ ਅਤੇ ਪ੍ਰੇਰਨਾ ਸੀ। 14 ਜੂਨ 1903 ਨੂੰ ਜੋ ਪੰਥ ਖਾਲਸੇ ਦਾ ਉਚੇਚਾ ਅਤੇ ਅਦੁੱਤੀ ਦੀਵਾਨ ਬਕਾਪੁਰ, ਤਹਿਸੀਲ ਫਲੌਰ ਵਿੱਚ ਹੋਇਆ, ਉਸ ਵਿੱਚ ਇਸ ਭੁਜੰਗੀ ਸਭਾ ਦਾ ਜਥਾ ਬੜੇ ਜ਼ੋਰ ਸ਼ੋਰ ਨਾਲ ਸ਼ਾਮਿਲ ਹੋਇਆ। ਉਪਰੰਤ 1914-15 ਵਿੱਚ ਕਿਰਪਾਨ ਅਤੇ ਗੁਰਦੁਆਰਾ ਰਕਾਬਗੰਜ ਦੇ ਸਵਾਲਾਂ ਵਿੱਚ ਇਸ ਸਭਾ ਨੇ ਖਾਸ ਤੌਰ ਤੇ ਹਿੱਸਾ ਲਿਆ ਅਤੇ 30 ਮਈ 1914 ਨੂੰ ਗੁਰਦੁਆਰਾ ਰਕਾਬਗੰਜ ਸੰਬੰਧੀ ਲੰਡੇ ਮੰਡੀ ਲਾਹੌਰ ਵਿੱਚ ਹੋਏ ਦੀਵਾਨ ਵਿੱਚ ਇਸ ਦੇ ਪ੍ਰਤੀਨਿਧ ਸ਼ਾਮਿਲ ਸਨ। ਇਸ ਸਭਾ ਵਿੱਚ ਜਿਨ੍ਹਾਂ ਸੱਜਣਾਂ ਨੇ ਸੇਵਾ ਕੀਤੀ, ਉਹਨਾਂ ਵਿੱਚ ਸਰਦਾਰ ਭਗਵੰਤ ਸਿੰਘ ਸਪੁੱਤਰ ਸਰਦਾਰ ਬਹਾਦਰ, ਭਾਈ ਸਾਹਿਬ ਕਾਹਨ ਸਿੰਘ ਨਾਭਾ ਆਦਿ ਸ਼ਾਮਿਲ ਸਨ। ਭਾਈ ਰਣਧੀਰ ਸਿੰਘ ਜੀ ਨੇ ਖਾਲਸਾ ਭੁਜੰਗੀ ਸਭਾ ਦੀ ਵਡਿਆਈ ਇਹਨਾਂ ਸ਼ਬਦਾਂ ਵਿੱਚ ਕੀਤੀ ਹੈ। ਉਨੀ ਦਿਨੀ ਇਹ ਭੁਜੰਗੀ ਸਭਾ ਬੜੀ ਹੀ ਚੜ੍ਹਦੀਆਂ ਕਲਾਂ ਵਿੱਚ ਸੀ। ਸਾਰੇ ਹੀ ਸਕੂਲ ਦੇ ਸਿੱਖ ਵਿਦਿਆਰਥੀ ਭੁਜੰਗੀ ਸਭਾ ਦੇ ਮੈਂਬਰ ਸਨ। ਹਰ ਸਾਲ 2 ਗੁਰਪੁਰਬ, ਸ਼੍ਰੀ ਗੁਰੂ ਨਾਨਕ ਸਾਹਿਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ
ਧਾਰਨ ਦੇ ਬੜੀ ਆਨ ਸ਼ਾਨ ਨਾਲ ਮਨਾਉਂਦੇ ਸਨ। ਸਾਰੇ ਲੁਧਿਆਣੇ ਸ਼ਹਿਰ ਵਿੱਚ ਕੋਈ ਹੋਰ ਸਿੱਖ ਸਭਾ ਸੁਸਾਇਟੀ ਮੌਜੂਦ ਨਹੀਂ ਸੀ ਜੋ ਇਹਨਾਂ ਗੁਰਪੁਰਬਾਂ ਦੇ ਸਾਰੇ ਪ੍ਰਬੰਧ ਨੂੰ ਸਰੰਜਾਮ ਦੇ ਸਕੇ। ਇਹ ਸਿਰਫ ਇਹਨਾਂ ਤਿਆਰ ਬਰ ਤਿਆਰ ਭੁਜੰਗੀਆਂ ਦਾ ਸਦਕਾ ਹੀ ਸੀ। ਗਿਆਨੀ ਹਰਭਜਨ ਸਿੰਘ ਨੇ ਖਾਲਸਾ ਸਕੂਲ ਨਾਲ ਜੁੜੀ ਇੱਕ ਅਹਿਮ ਘਟਨਾ ਦਾ ਜ਼ਿਕਰ ਕਰਦਿਆਂ ਲਿਖਿਆ ਹੈ, 1913 ਦਾ ਸਾਲ ਭਾਰਤ ਦੇ ਇਤਿਹਾਸ ਦਾ ਘਟਨਾਵਾਂ ਭਰਿਆ ਸਾਲ ਸੀ। 12 ਦਸੰਬਰ 1911 ਨੂੰ ਜਾਰਜ ਪੰਚਮ ਬਾਦਸ਼ਾਹ ਦੀ ਤਾਜਪੋਸ਼ੀ ਦਿੱਲੀ ਵਿੱਚ ਬੜੀ ਧੂਮਧਾਮ ਨਾਲ ਹੋਈ। ਇਸ ਤਰ੍ਹਾਂ ਦੀ ਅਨੋਖੀ ਸ਼ਾਨ ਵਾਲਾ ਦਰਬਾਰ ਸ਼ਾਇਦ ਮੁਗਲ ਸ਼ਹਿਨਸ਼ਾਹ ਵੇਲੇ ਵੀ ਕਦੀ ਨਾ ਲੱਗਿਆ ਹੋਵੇ। ਇਸ ਦਿਨ ਸਰਕਾਰੀ ਹੁਕਮ ਨਾਲ ਹਿੰਦੁਸਤਾਨ ਭਰ ਦੇ ਸਾਰੇ ਗਿਰਜਿਆਂ, ਮੰਦਰ, ਗੁਰਦੁਆਰਿਆਂ, ਸਕੂਲਾਂ, ਕਾਲਜਾਂ ਅਤੇ ਹੋਰ ਪਬਲਿਕ ਅਦਾਰਿਆਂ ਵਿੱਚ ਜਾਰਜ ਪੰਚਮ ਦੀ ਲੰਮੀ ਉਮਰ ਲਈ ਅਤੇ ਇਸ ਦੇ ਰਾਜ ਨੂੰ ਮਜ਼ਬੂਤ ਕਰਨ ਲਈ ਅਰਦਾਸਾਂ ਕੀਤੀਆਂ ਗਈਆਂ। ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਵਿੱਚ ਵੀ ਅਖੰਡ ਪਾਠ ਦਾ ਭੋਗ ਪੈਣ ਤੋਂ ਮਗਰੋਂ ਕੀਰਤਨ ਹੋਇਆ, ਅਰਦਾਸ ਹੋਈ। ਪਿੰਡ ਖਾਨਪੁਰ ਦੇ ਗ੍ਰੰਥੀ ਲਛਮਣ ਸਿੰਘ ਨੇ ਅਰਦਾਸ ਵਿੱਚ ਕਿਹਾ, ਹੇ ਸੱਚੇ ਪਾਤਸ਼ਾਹ, ਬਾਦਸ਼ਾਹ ਨੂੰ ਆਪਣੇ ਚਰਨਾਂ ਵਿੱਚ ਲਾਓ। ਇਸ ਘਟਨਾ ਦਾ ਜ਼ਿਕਰ ਗਿਆਨੀ ਨਾਹਰ ਸਿੰਘ ਜੀ ਨੇ ਵੀ ਕੀਤਾ ਹੈ। ਉਹਨਾਂ ਲਿਖਿਆ ਹੈ, ਇਸ ਸਮੇਂ ਵਿੱਚ ਅੰਗਰੇਜ਼ ਦੀ ਰਾਜ ਭਗਤੀ ਕਰਨ ਅਤੇ ਵਫਾਦਾਰ ਰਹਿਣ ਨੂੰ ਇੱਕ ਵੱਡੀ ਖੂਬੀ ਸਮਝਿਆ ਜਾਂਦਾ ਸੀ। ਕੀ ਹਿੰਦੂ, ਕੀ ਮੁਸਲਮਾਨ, ਕੀ ਸਿੱਖ, ਕੀ ਹੋਰ ਲੋਕ ਸਭ ਆਪਣੇ ਆਪ ਨੂੰ ਅੰਗਰੇਜ਼ਾਂ ਦਾ ਖੈਰ ਖਵਾ ਸਿੱਧ ਕਰਨ ਦਾ ਜ਼ੋਰ ਲਾਉਂਦੇ ਸਨ। 12 ਦਸੰਬਰ 1911 ਨੂੰ ਸਭ ਗਿਰਜਿਆਂ, ਮਸੀਤਾਂ ਵਿੱਚ ਬਾਦਸ਼ਾਹ ਅਤੇ ਅੰਗਰੇਜ਼ੀ ਰਾਜ ਦੇ ਭਲੇ ਲਈ ਦੁਆ ਕੀਤੀ ਗਈ। ਹਿੰਦੂ ਮੰਦਰਾਂ ਅੰਦਰ ਪ੍ਰਾਰਥਨਾ ਕੀਤੀ ਗਈ। ਗੁਰਦੁਆਰਿਆਂ ਵਿੱਚ ਅਖੰਡ ਪਾਠ ਜਾਂ ਸਧਾਰਨ ਪਾਠ ਕਰਕੇ ਅਰਦਾਸੇ ਸੋਧੇ ਗਏ। ਇਸ ਦਿਨ ਮਾਲਵਾ ਖਾਲਸਾ ਹਾਈ ਸਕੂਲ ਦੇ ਬੰਨੇ ਦਿਹਾਤੇ ਵਾਲੇ ਬੋਰਡਿੰਗ ਦੇ ਗੁਰਦੁਆਰੇ ਵਿੱਚ ਅਖੰਡ ਪਾਠ ਦਾ ਭੋਗ ਪਾਇਆ ਗਿਆ। ਆਸਾ ਦੀ ਵਾਰ ਦਾ ਕੀਰਤਨ ਹੋਇਆ। ਉਪਰੰਤ ਸਰਦਾਰ ਲਛਮਣ ਸਿੰਘ, ਦੂਜਾ ਨਾਮ ਪੂਰਨ ਸਿੰਘ, ਪਿੰਡ ਖਾਨਪੁਰ, ਜ਼ਿਲ੍ਹਾ ਲੁਧਿਆਣਾ ਨੇ ਇਹਨਾਂ ਲਫ਼ਜ਼ਾਂ ਵਿੱਚ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ, ਬਾਦਸ਼ਾਹ ਨੂੰ ਆਪਣੇ ਚਰਨੀ ਲਾਈ। ਉਸ ਵੇਲੇ ਇਹਨਾਂ ਅੱਖਰਾਂ ਦਾ ਲਿਖਾਰੀ ਦਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬੇ ਬੈਠਾ ਸੀ। ਵਾਕ ਲਿਆ ਤਾਂ ਇਹ ਵਾਕ ਆਇਆ। ਸ਼ਲੋਕ ਮਹੱਲਾ ਦੂਜਾ। ਜਿਨੀ ਚਲਣ ਜਾਣਿਆ ਸੇ ਕਿਉ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਮਹੱਲਾ ਦੂਜਾ। ਰਾਤ ਕਾਰਨ ਧਨ ਸੰਚੀਐ, ਭਲਕੇ ਚਾਨਣ ਹੋਏ, ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ। ਮਹੱਲਾ ਦੂਜਾ। ਬਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ। ਮਹੱਲਾ ਦੂਜਾ। ਮਨ ਹਠੀ ਤਰਫ ਨਾ ਜਪਈ, ਜੇ ਬਹੁਤਾ ਘਾਲੇ, ਤਰਫ ਜਿਨੇ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ। ਪੌੜੀ। ਕਰਤੇ ਕਰਨ ਜਿਨ ਕੀਆ ਸੋ ਜਾਣੇ ਸੋਈ, ਆਪੇ ਸ੍ਰਿਸ਼ਟੀ ਉਪਾਧੀਅਨ ਆਪੇ ਫੁਨ ਗੋਈ। ਜੁਗ ਚਾਰੇ ਸਭ ਭਵ ਥਕੀ ਕਿਨ ਕੀਮਤ ਹੋਏ, ਸਤਿਗੁਰੂ ਏਕ ਵਿਖਾਲਿਆ ਮਨ ਤਿਨ ਸੁਖ ਹੋਏ। ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਏ। ਇਹ ਗੁਰਵਾਕ ਮੌਕੇ ਦੇ ਮੁਤਾਬਿਕ ਸੀ, ਜਿਸ ਦਾ ਭਾਵ ਇਹ ਹੈ ਕਿ ਜਿਨ੍ਹਾਂ ਨੇ ਸੰਸਾਰ ਵਿੱਚੋਂ ਤੁਰ ਜਾਣਾ ਸਮਝ ਲਿਆ ਹੈ ਉਹ ਅਡੰਬਰ ਨਹੀਂ ਕਰਦੇ। ਜਿਨ੍ਹਾਂ ਨੂੰ ਸੰਸਾਰ ਵਿੱਚੋਂ ਟੁਰ ਜਾਣ ਦੀ ਸਾਰ ਨਹੀਂ ਲੱਗੀ ਉਹ ਆਪਣੇ ਆਪ ਨੂੰ ਸੰਸਾਰ ਦੇ ਕੰਮ ਸਵਾਰਨ ਵਾਲੇ ਸਮਝਦੇ ਹਨ। ਭਾਵ ਅਰਥ ਇਹ ਹੈ ਕਿ ਅੰਗਰੇਜ਼ਾਂ ਦੇ ਹਿੰਦੁਸਤਾਨ ਤੋਂ ਜਾਣ ਦਾ ਸਮਾਂ ਤਾਂ ਨੇੜੇ ਆ ਗਿਆ ਹੈ, ਪਰ ਇਹ ਹਿੰਦੁਸਤਾਨ ਵਿੱਚ ਆਪਣੇ ਰਾਜ ਭਾਗ ਦੀਆਂ ਸ਼ਾਨਾਂ ਦੱਸ ਰਹੇ ਹਨ ਅਤੇ ਆਪਣੇ ਰਾਜ ਭਾਗ ਨੂੰ ਅਟੱਲ ਰੱਖਣ ਦੇ ਆਰਾਂ ਵਿੱਚ ਲੱਗੇ ਹੋਏ ਹਨ। ਇਸ ਵਾਕ ਨਾਲ ਇਹ ਵੀ ਗੱਲ ਪ੍ਰਗਟ ਹੋ ਗਈ ਕਿ ਅਖੰਡ ਪਾਠ ਕਰਨ ਵਾਲਿਆਂ ਨੇ ਵੀ ਬੱਦੇ ਚੱਟੀ ਭਰੀ ਹੈ, ਜਿਸ ਦਾ ਨਾ ਪਾਠ ਕਰਾਉਣ ਵਾਲਿਆਂ ਨੂੰ ਕੋਈ ਫਾਇਦਾ ਹੈ ਅਤੇ ਨਾ ਹੀ ਜਿਸ ਦੇ ਨਿਮਿਤ ਕੀਤਾ ਗਿਆ ਹੈ ਇਸ ਨਾਲ ਉਸ ਦਾ ਕੋਈ ਭਲਾ ਹੈ। ਮਾਲਵਾ ਖਾਲਸਾ ਸਕੂਲ ਵਿੱਚ ਹਰ ਹਫ਼ਤੇ ਭੁਜੰਗੀ ਸਭਾ ਦਾ ਦੀਵਾਨ ਬੁੱਧਵਾਰ ਨੂੰ ਹੋਇਆ ਕਰਦਾ ਸੀ।
ਗੁਰੂ ਨਾਨਕ ਸਾਹਿਬ ਅਤੇ ਗੁਰੂ ਦਸ਼ਮ ਪਾਤਸ਼ਾਹ ਦੇ ਅਵਤਾਰ ਗੁਰਪੁਰਬ ਵੀ ਇਸੇ ਭੁਜੰਗੀ ਸਭਾ ਵੱਲੋਂ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਸਨ। ਇਹ ਅਖੰਡ ਪਾਠ ਵੀ ਭੁਜੰਗੀ ਸਭਾ ਦੇ ਪ੍ਰਬੰਧ ਹੇਠ ਹੀ ਹੋਇਆ ਸੀ। ਭਾਈ ਸਾਹਿਬ ਰਣਧੀਰ ਸਿੰਘ ਨਰੰਗਵਾਲ ਭੁਜੰਗੀ ਸਭਾ ਦੇ ਦੀਵਾਨਾਂ ਵਿੱਚ ਆ ਕੇ ਕੀਰਤਨ ਕਰਿਆ ਕਰਦੇ ਸਨ। ਉਹ ਇਸ ਅਖੰਡ ਪਾਠ ਵਿੱਚ ਵੀ ਸ਼ਾਮਿਲ ਸਨ। ਉਦੋਂ ਸੰਗਤ ਵਿੱਚ ਬੈਠੇ ਸੱਜਣਾ ਇਸ ਵਾਕ ਤੋਂ ਇਹ ਅਨੁਮਾਨ ਲਾਇਆ ਕਿ ਅੰਗਰੇਜ਼ੀ ਰਾਜ ਦਾ ਅੰਤ ਨੇੜੇ ਆ ਰਿਹਾ ਹੈ। ਇਸ ਤੋਂ ਸਹਿਜੇ ਹੀ ਇਸ ਨਿਰਣੇ ਤੇ ਪਹੁੰਚਿਆ ਜਾ ਸਕਦਾ ਹੈ ਕਿ ਮਾਲਵਾ ਖਾਲਸਾ ਹਾਈ ਸਕੂਲ ਅੰਦਰ ਪੜ੍ਹਦਿਆਂ ਕਰਤਾਰ ਸਿੰਘ ਸਰਾਭਾ ਦੇ ਸਿੱਖ ਸੰਸਕਾਰਾਂ ਦੀ ਨੀਂਹ ਨਿਸ਼ਚਿਤ ਤੌਰ ਤੇ ਹੋਰ ਮਜ਼ਬੂਤ ਹੋ ਗਈ ਸੀ। ਖਾਲਸਾ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਜਾਂਚ ਸਿਖਾਉਣ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਸੀ। ਕਰਤਾਰ ਸਿੰਘ ਨੂੰ ਇਸ ਸਿਖਲਾਈ ਦਾ ਲਾਭ ਇਹ ਹੋਇਆ ਕਿ ਅਮਰੀਕਾ ਵਿੱਚ ਜਦੋਂ ਪਾਰਟੀ ਨੇ ਆਪਣਾ ਪਰਚਾ ਗਦਰ ਪੰਜਾਬੀ ਵਿੱਚ ਛਾਪਣਾ ਸ਼ੁਰੂ ਕੀਤਾ ਤਾਂ ਇਸ ਦੀ ਲਿਖਤ ਪੜ੍ਹਤ ਦਾ ਸਾਰਾ ਕਾਰਜ ਉਹੀ ਕਰਦਾ ਰਿਹਾ। ਅਮਰੀਕਾ ਜਾਣ ਦਾ ਫੈਸਲਾ। ਉੜੀਸਾ ਤੋਂ 10ਵੀਂ ਪਾਸ ਕਰਨ ਉਪਰੰਤ ਭਾਈ ਕਰਤਾਰ ਸਿੰਘ ਨੇ ਅਮਰੀਕਾ ਜਾਣ ਦਾ ਮਨ ਬਣਾ ਲਿਆ ਸੀ। ਉਸ ਦੇ ਇਸ ਫੈਸਲੇ ਦੀ ਤਕਸ਼ੀਸ਼ੀਲ ਨਜ਼ਰੀਏ ਤੋਂ ਜੋ ਵਿਆਖਿਆ ਕੀਤੀ ਜਾਂਦੀ ਹੈ ਉਸ ਅਨੁਸਾਰ ਉਹ ਅਮਰੀਕਾ ਜਾ ਕੇ ਉੱਚੀ ਵਿੱਦਿਆ ਹਾਸਲ ਕਰਨ ਦੀ ਇੱਛਾ ਰੱਖਦਾ ਸੀ। ਉਸ ਦੇ ਚੇਤਨ ਮਨ ਨੇ ਸ਼ਾਇਦ ਇਹ ਸੋਚਿਆ ਹੋਵੇਗਾ, ਪਰ ਉਸ ਦੇ ਜੀਵਨ ਦਾ ਸਮੁੱਚਾ ਘਟਨਾਕ੍ਰਮ ਦਰਸਾਉਂਦਾ ਹੈ ਕਿ ਜਿੱਥੇ ਉਸ ਦਾ ਚੇਤਨ ਮਨ ਉੱਚੀ ਵਿੱਦਿਆ ਹਾਸਲ ਕਰਕੇ ਉੱਚੇ ਅਹੁਦੇ ਤੇ ਪਹੁੰਚਣ ਦੀਆਂ ਤਰਕੀਬਾਂ ਕਰ ਰਿਹਾ ਸੀ, ਸ਼ਾਇਦ ਅਜਿਹੀ ਹੀ ਕਿਸੇ ਤਰਕੀਬ ਤਹਿਤ ਉਸ ਨੇ ਸਕੂਲ ਵਿੱਚ 2 ਜਮਾਤਾਂ ਦਾ ਛੜੱਪਾ ਮਾਰ ਕੇ ਅੱਗੇ ਲੰਘਣ ਦੀ ਨਜਾਇਜ਼ ਅਤੇ ਨਾਕਾਮ ਕੋਸ਼ਿਸ਼ ਕੀਤੀ ਹੋਵੇਗੀ। ਉੱਥੇ ਕੋਈ ਅੰਤਰੀਵ ਪ੍ਰੇਰਨਾ ਅਚੇਤ ਰੂਪ ਵਿੱਚ ਉਸ ਨੂੰ ਕਿਸੇ ਵੱਖਰੇ ਰਾਹ ਦੀ ਖਿੱਚ ਪਾ ਰਹੀ ਸੀ, ਜਿਸ ਕਰਕੇ ਅਮਰੀਕਾ ਪਹੁੰਚ ਕੇ ਵੀ ਉਸ ਨੇ ਥੋੜ੍ਹੇ ਚਿਰ ਬਾਅਦ ਹੀ ਪੜ੍ਹਾਈ ਕਰਨ ਦਾ ਖਿਆਲ ਤਿਆਗ ਦਿੱਤਾ ਅਤੇ ਪੜ੍ਹਾਈ ਕਰਨ ਦੀ ਥਾਂ ਉਸ ਨੇ ਆਪਣਾ ਅਸਲੀ ਰਾਹ ਚੁਣ ਲਿਆ ਸੀ। ਡਾਕਟਰ ਜਸਵੰਤ ਸਿੰਘ ਨੇਕੀ ਦਾ ਇਹ ਕਥਨ ਬਿਲਕੁਲ ਸੱਚਾ ਪ੍ਰਤੀਤ ਹੁੰਦਾ ਹੈ ਕਿ ਬੜੀ ਵਾਰ ਅਚੇਤਨ ਰੁਝਾਨ ਹੀ ਸਾਡੇ ਵਿਹਾਰ ਦਾ ਮੂਲ ਸਰੋਤ ਬਣਦੇ ਹਨ। ਖੈਰ ਕੁਝ ਵੀ ਹੋਵੇ, ਕਰਤਾਰ ਸਿੰਘ ਦੇ ਦਾਦੇ ਅਤੇ ਚਾਚਿਆਂ ਨੂੰ ਉਸ ਦੀ ਅਮਰੀਕਾ ਜਾ ਕੇ ਉਚੇਰੀ ਵਿੱਦਿਆ ਲੈਣ ਦੀ ਤਜਵੀਜ਼ ਜ਼ਰੂਰ ਪਸੰਦ ਆਈ ਹੋਵੇਗੀ, ਜਿਸ ਕਰਕੇ ਉਹਨਾਂ ਨੇ ਉਸ ਨੂੰ ਖੁਸ਼ੀ-ਖੁਸ਼ੀ ਤੋਰਨ ਦਾ ਫੈਸਲਾ ਕਰ ਲਿਆ। ਇਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਨੇ 1912 ਦੀਆਂ ਗਰਮੀਆਂ ਵਿੱਚ 16 ਸਾਲਾਂ ਦੀ ਉਮਰ ਵਿੱਚ ਘਰਦਿਆਂ ਨੂੰ ਫਤਿਹ ਬੁਲਾਈ ਅਤੇ ਅਮਰੀਕਾ ਜਾਣ ਲਈ ਸਮੁੰਦਰੀ ਜਹਾਜ਼ ਉੱਤੇ ਬੰਗਾਲ ਦੀ ਖਾੜੀ ਦੇ ਪਾਣੀਆਂ ਵਿੱਚ ਠਿੱਲ ਪਿਆ। ਭਾਗ ਚੌਥਾ। ਅਮਰੀਕਾ, ਬਰਾਸਤਾ, ਹਾਂਗਕਾਂਗ। ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ। ਉਸ ਸਮੇਂ ਫਿਲੀਪੀਨ, ਸ਼ੰਘਾਈ, ਜਾਪਾਨ, ਕੈਨੇਡਾ, ਅਮਰੀਕਾ, ਪਨਾਮਾ, ਮੈਕਸੀਕੋ, ਟਿਨਸਿਨ ਅਤੇ ਪੀਕਿੰਗ ਵਿੱਚ ਜਾਣ ਵਾਲੇ ਹਿੰਦੁਸਤਾਨੀਆਂ ਲਈ ਹਾਂਗਕਾਂਗ ਠਹਿਰਨਾ ਜ਼ਰੂਰੀ ਸੀ। ਹਾਂਗਕਾਂਗ ਦਾ ਗੁਰਦੁਆਰਾ ਇਹਨਾਂ ਮੁਸਾਫਿਰਾਂ ਦਾ ਮੁੱਖ ਠਾਹਰ ਸੀ। ਉਹਨਾਂ ਵੇਲਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ, ਹਿੰਦੂ ਅਤੇ ਮੁਸਲਮਾਨ ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਰਹਿ ਕੇ ਅੱਗੇ ਜਾਂਦੇ ਸਨ। ਭਾਈ ਭਗਵਾਨ ਸਿੰਘ, ਜਿਸ ਨੇ 1910 ਤੋਂ ਲੈ ਕੇ 1913 ਤੱਕ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਗ੍ਰੰਥੀ ਦੀ ਸੇਵਾ ਨਿਭਾਈ ਸੀ, ਨੇ ਬਾਅਦ ਵਿੱਚ ਆਪਣੀ ਸਵੈ ਜੀਵਨੀ ਵਿੱਚ ਉਸ ਸਮੇਂ ਦੀ ਯਾਦ ਚਿਤਾਰਦਿਆਂ ਲਿਖਿਆ ਹੈ। ਕਈ ਵਾਰ ਗੁਰਦੁਆਰੇ ਵਿੱਚ ਬਹੁਤ ਭੀੜ ਹੁੰਦੀ ਸੀ। 100-150 ਆਦਮੀ ਅਕਸਰ ਹੀ ਉੱਥੇ ਗੁਰਦੁਆਰੇ ਵਿੱਚ ਠਹਿਰਿਆ ਕਰਦੇ ਸਨ। ਉਸ ਵਕਤ ਕੋਈ 9000 ਦੇ ਕਰੀਬ ਹਿੰਦੁਸਤਾਨੀ ਆਦਮੀ ਹਾਂਗਕਾਂਗ ਵਿੱਚ ਰਹਿੰਦਾ ਸੀ, ਜਿਨ੍ਹਾਂ ਵਿੱਚੋਂ 500 ਪੁਲਿਸ ਦੇ ਸਨ। ਬਾਕੀ 1500 ਦੇ ਕਰੀਬ ਚੌਕੀਦਾਰਾ ਕਰਦੇ ਸਨ। ਕੁਝ ਕੁ ਚੀਨੀਆਂ ਦੇ ਨੌਕਰ ਰੱਖੇ ਹੋਏ ਸਨ। ਕਈ ਹੋਰ ਕਿਸੇ ਕੰਪਨੀਆਂ ਵਿੱਚ ਕੰਮ ਕਰਦੇ ਸਨ। 7000 ਦੇ ਕਰੀਬ ਆਪਣੇ ਫੌਜੀ ਆਦਮੀ ਸਨ। ਕੁਝ ਕੁ ਪਲਟਨਾਂ ਦੇ ਨਾਮ ਯਾਦ ਹਨ: 13 ਨੰਬਰ ਰਾਜਪੂਤ ਹਾਂਗਕਾਂਗ ਤੋਪਖਾਨਾ, 26 ਨੰਬਰ ਪੰਜਾਬੀ, 34 ਨੰਬਰ ਬੈਂਟਰੀ ਵਗੈਰਾ ਵਗੈਰਾ। ਐਤਵਾਰ ਨੂੰ ਗੁਰਦੁਆਰੇ ਗੁਰਬਾਣੀ ਦੇ ਕਥਾ ਕੀਰਤਨ ਤੋਂ ਇਲਾਵਾ ਲੈਕਚਰ ਵੀ ਕੀਤੇ ਜਾਂਦੇ ਸਨ। ਭਾਈ ਭਗਵਾਨ ਸਿੰਘ ਜਿੱਥੇ ਗੁਰਬਾਣੀ ਦੀ ਕਥਾ ਕਰਨ ਵਿੱਚ ਪੁੱਜ ਕੇ ਮਾਹਿਰ ਸਨ, ਉੱਥੇ ਉਹ ਬੇਹੱਦ ਪ੍ਰਭਾਵਸ਼ਾਲੀ ਬੁਲਾਰੇ ਵੀ ਸਨ।
ਉਹਨਾਂ ਦੀ ਆਤਮ ਬਿਆਨੀ ਅਨੁਸਾਰ ਉਹਨਾਂ ਨੇ ਮੁੱਢਲਾ ਗਿਆਨ ਆਪਣੇ ਦਾਦਾ ਜੀ ਦੀ ਦੇਖ ਰੇਖ ਹੇਠ ਹਾਸਲ ਕੀਤਾ ਸੀ। ਉਸਦੇ ਦਾਦਾ ਜੀ ਬਾਬਾ ਰਤਨ ਸਿੰਘ ਨੇ ਅੰਗਰੇਜ਼ੀ ਦੇ ਬਰਖਿਲਾਫ ਸਿੱਖਾਂ ਦੀ 1849 ਦੀ ਚਿੱਲਿਆਂਵਾਲਾ ਦੀ ਜੰਗ ਵਿੱਚ ਹਿੱਸਾ ਲਿਆ ਸੀ। ਦਾਦਾ ਉਸ ਨੂੰ ਇਸ ਹੋਣੀ ਭਰੀ ਲੜਾਈ ਦੇ ਕਿਸੇ ਗੁਣ ਸੁਣਾਉਂਦਾ ਰਹਿੰਦਾ ਸੀ। ਭਾਈ ਭਗਵਾਨ ਸਿੰਘ ਦੇ ਸ਼ਬਦ ਵਿੱਚ ਆਜ਼ਾਦੀ ਲਈ ਜੋਸ਼ੀਲੇ ਪਿਆਰ ਨਾਲ ਭਰਪੂਰ ਸਿੱਖਾਂ ਦੀ ਬਹਾਦਰੀ ਅਤੇ ਦੇਸ਼ ਪਿਆਰ ਲਈ ਮੁੜ-ਮੁੜ ਜੰਗ ਵਿੱਚ ਕੁੱਦਣ ਅਤੇ ਉਸ ਦੇ ਜੋਸ਼ ਦੀਆਂ ਕਹਾਣੀਆਂ ਨੇ ਮੇਰੀ ਕਲਪਨਾ ਨੂੰ ਪਕੜ ਕੀਤੀ ਅਤੇ ਆਜ਼ਾਦ ਭਾਰਤ ਵਿੱਚ ਰਹਿਣ ਦਾ ਸੁਹੱਪਣ ਮਾਨਣਾ ਮੇਰੀ ਸੋਚ ਦਾ ਹਿੱਸਾ ਬਣ ਗਿਆ। ਦਾਦੇ ਨੇ ਉਸ ਨੂੰ ਸਿੱਖ ਇਤਿਹਾਸ ਅਤੇ ਪੰਜਾਬੀ ਸਾਹਿਤ ਪੜ੍ਹਾਇਆ ਅਤੇ ਆਪਣੇ ਧਾਰਮਿਕ ਅਤੇ ਸਿਆਸੀ ਵਿਰਸੇ ਤੋਂ ਜਾਣੂ ਕਰਵਾਇਆ। ਉਸ ਨੇ ਕਈ ਵਾਰ ਆਦਿ ਗ੍ਰੰਥ ਅਤੇ ਦਸਮ ਗ੍ਰੰਥ ਦਾ ਪਾਠ ਕੀਤਾ ਅਤੇ 5 ਬਾਣੀਆਂ ਜ਼ਬਾਨੀ ਕੰਠ ਹੋ ਗਈਆਂ ਸਨ। ਉਸ ਨੇ ਖਾਲਸਾ ਉਪਦੇਸ਼ਕ ਕਾਲਜ ਗੁਜਰਾਂਵਾਲਾ, ਜਿੱਥੇ ਸਿੱਖ ਧਰਮ ਬਾਰੇ ਲੈਕਚਰਾਰ ਅਤੇ ਅਧਿਆਪਕ ਪੈਦਾ ਕੀਤੇ ਜਾਂਦੇ ਸਨ, ਵਿੱਚ 5 ਸਾਲ ਵਿੱਦਿਆ ਅਤੇ ਸਿਖਲਾਈ ਹਾਸਲ ਕੀਤੀ। ਉਸ ਵੇਲੇ ਉੱਥੇ ਉਸ ਦੇ ਜਮਾਤੀਆਂ ਵਿੱਚ ਇੱਕ ਕਰਤਾਰ ਸਿੰਘ ਕਲਾਸਵਾਲੀਆ ਸੀ, ਜਿਸ ਨੇ ਪਿੱਛੋਂ ਜਾ ਕੇ ਸਿੱਖ ਇਤਿਹਾਸ ਬਾਰੇ ਬੈਂਤ ਰੂਪ ਵਿੱਚ ਕਈ ਮੁੱਲਵਾਨ ਅਤੇ ਮਸ਼ਹੂਰ ਕਿਤਾਬਾਂ ਰਚੀਆਂ ਅਤੇ ਬਾਅਦ ਵਿੱਚ ਜਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮੁੱਖ ਗ੍ਰੰਥੀ ਵੀ ਰਿਹਾ। ਭਾਈ ਭਗਵਾਨ ਸਿੰਘ ਨੇ ਇੱਥੋਂ ਫਾਰਸੀ ਅਤੇ ਪੰਜਾਬੀ ਦੇ ਚੰਗੇ ਉਸਤਾਦਾਂ ਕੋਲੋਂ ਕਵਿਤਾ ਜੋੜਨ ਅਤੇ ਉਚਾਰਨ ਦੀ ਸਿੱਖਿਆ ਲਈ। ਨਾਲ ਹੀ ਯੋਗ ਉਸਤਾਦ ਕੋਲੋਂ ਸੰਗੀਤ ਦੀ ਵਿੱਦਿਆ ਵੀ ਗ੍ਰਹਿਣ ਕੀਤੀ। ਇੱਥੋਂ ਪੜ੍ਹਾਈ ਖਤਮ ਕਰ ਲੈਣ ਉਪਰੰਤ ਗੋਜਰਾ ਖਾਲਸਾ ਦੀਵਾਨ ਕਮੇਟੀ ਨੇ ਭਾਈ ਭਗਵਾਨ ਸਿੰਘ ਨੂੰ ਬਾਹਰ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਲੈਕਚਰਾਰ ਥਾਪ ਦਿੱਤਾ। ਉਹਨਾਂ ਨੇ ਬਾਹਰ ਦੇ ਇਲਾਕੇ ਵਿੱਚ ਥਾਂ-ਥਾਂ ਜਾ ਕੇ ਲੈਕਚਰ ਦਿੱਤੇ। ਉਹ ਜਦੋਂ ਲੈਕਚਰ ਕਰਦੇ ਤਾਂ ਉਹਨਾਂ ਦੇ ਗਿਆਨ ਅਤੇ ਭਾਸ਼ਣ ਕਲਾ ਦਾ ਸਰੋਤਿਆਂ ਦੇ ਮਨਾਂ 'ਤੇ ਜਾਦੂਮਈ ਅਸਰ ਹੁੰਦਾ ਸੀ। ਉਹਨਾਂ ਨੇ ਆਪਣੀ ਇਸ ਪ੍ਰਤਿਭਾ ਦਾ ਰਹੱਸ ਇਸ ਤਰ੍ਹਾਂ ਪ੍ਰਗਟਾਇਆ। ਖਾਲਸਾ ਕਾਲਜ ਗੁਜਰਾਂਵਾਲਾ ਵਿੱਚ ਸਿੱਖ ਹਿਸਟਰੀ ਅਤੇ 10 ਗੁਰੂਆਂ ਦੇ ਜੀਵਨ ਦਾ ਮੁਤਾਲਿਆ ਕਰਨ ਲਈ ਮੈਨੂੰ ਕਾਫੀ ਵਕਤ ਮਿਲ ਚੁੱਕਾ ਸੀ। ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਦੀਆਂ ਵਾਰਾਂ ਅਤੇ ਹੋਰ ਗ੍ਰੰਥ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਆਦਿ ਮੈਂ ਟੀਕੇ ਸਮੇਤ ਪੜ੍ਹ ਚੁੱਕਾ ਸਾਂ। ਮੇਰੇ ਦਿਲ ਵਿੱਚ ਦੇਸ਼ ਭਗਤੀ ਦੇ ਭਾਂਬੜ ਵੀ 10ਮ ਗੁਰੂ ਦੀਆਂ ਉੱਚ ਕੁਰਬਾਨੀਆਂ ਤੋਂ ਹੀ ਮੱਚੇ ਸਨ। ਕੌਮੀਅਤ ਅਤੇ ਦੇਸ਼ ਭਗਤੀ ਮੈਨੂੰ ਵਿਰਸੇ ਵਿੱਚ ਹੀ ਮਿਲੇ ਸਨ। ਦਸ਼ਮੇਸ਼ ਹੀ ਮੇਰਾ ਗੁਰੂ ਸੀ, ਆਦਰਸ਼ ਸੀ, ਆਗੂ ਸੀ ਅਤੇ ਨਿਸ਼ਾਨਾ ਸੀ। ਉਹਨਾਂ ਦੇ ਹੀ ਨਮੂਨੇ ਜ਼ਿੰਦਗੀ ਨਾਲ ਮੇਰੀ ਲਗਨ ਸੀ। ਜਦ ਕਦੀ ਵੀ ਮੈਂ ਉਹਨਾਂ ਦੇ ਜੀਵਨ ਬਾਰੇ ਬੋਲਦਾ, ਮੇਰਾ ਦਿਮਾਗ ਖਿੜ ਜਾਂਦਾ, ਜ਼ੁਬਾਨ ਰਸੀਲੀ ਹੋ ਜਾਂਦੀ ਅਤੇ ਦਿਲ ਦੇ ਦਰਦ ਫੁੱਟ ਉੱਠਦੇ ਸਨ। 1907 ਵਿੱਚ ਉਸ ਨੇ ਪੰਜਾਬ ਅੰਦਰ ਚੱਲੀ ਪਗੜੀ ਸੰਭਾਲ ਜੱਟਾ ਲਹਿਰ ਵਿੱਚ ਵੀ ਹਿੱਸਾ ਲਿਆ ਅਤੇ ਕਈ ਥਾਵਾਂ 'ਤੇ ਜੋਸ਼ੀਲੇ ਲੈਕਚਰ ਦਿੱਤੇ। ਉਸ ਨੇ ਕਈ ਥਾਵਾਂ 'ਤੇ ਸਰਦਾਰ ਅਜੀਤ ਸਿੰਘ ਨਾਲ ਵੀ ਸਟੇਜ ਸਾਂਝੀ ਕੀਤੀ। ਇਸ ਸੰਘਰਸ਼ ਦੌਰਾਨ ਹੀ ਉਸ ਦੀ ਲਾਲਾ ਹਰਦਿਆਲ ਨਾਲ ਵੀ ਜਾਣ ਪਛਾਣ ਹੋ ਗਈ ਸੀ। ਇਸ ਤਰ੍ਹਾਂ ਭਾਈ ਭਗਵਾਨ ਸਿੰਘ ਨੂੰ ਧਾਰਮਿਕ ਵਿੱਦਿਆ ਦੇ ਨਾਲ ਹੀ ਰਾਜਸੀ ਗੁੜਤੀ ਵੀ ਮਿਲ ਗਈ ਅਤੇ ਰਾਜਸੀ ਵਿੱਦਿਆ ਦਾ ਵੀ ਚਾਨਣ ਹੋ ਗਿਆ ਸੀ। ਇਸ ਰਾਜਸੀ ਸਰਗਰਮੀ ਕਾਰਨ ਪੁਲਿਸ ਉਸ ਦੀ ਭਾਲ ਕਰਨ ਲੱਗ ਪਈ ਸੀ, ਜਿਸ ਕਰਕੇ ਉਹ ਫਰਜ਼ੀ ਨਾਂ ਹੇਠ ਜ਼ਿਲ੍ਹਾ ਸਿਆਲਕੋਟ ਦੇ ਡਸਕਾ ਨਾਂ ਦੇ ਪਿੰਡ ਵਿੱਚ ਸਕੂਲ ਵਿੱਚ ਪੜ੍ਹਾਉਣ ਲੱਗ ਪਈ। ਉੱਥੇ ਉਹਨਾਂ ਦਾ ਮੇਲ ਪਹੁੰਚੇ ਹੋਏ ਵਿਦਵਾਨ ਸੰਤ ਹਰ ਬਿਲਾਸ ਨਾਲ ਹੋਇਆ, ਜਿਸ ਕੋਲੋਂ ਉਹਨਾਂ ਨੇ ਵੇਦਾਂ, ਉਪਨਿਸ਼ਦਾਂ, ਭਗਵਤ ਗੀਤਾ ਤੇ ਵੇਦਾਂਤ ਦੇ ਨਿਆਏ ਸ਼ਾਸਤਰ ਦੀ ਉੱਚ ਵਿੱਦਿਆ ਹਾਸਿਲ ਕਰ ਲਈ। ਇਸ ਨਾਲ ਭਾਈ ਭਗਵਾਨ ਸਿੰਘ ਦੀ ਸੋਚ ਉੱਤੇ ਵੇਦਾਂਤ ਦਾ ਰੰਗ ਚੜ੍ਹ ਗਿਆ। ਇਸ ਦਾ ਅਸਰ ਉਸ ਦੇ ਰਾਜਸੀ ਵਿਚਾਰਾਂ ਉੱਤੇ ਵੀ ਪਿਆ। ਉਸ ਦੀ ਸਮਾਜੀ ਅਤੇ ਰਾਜਸੀ ਚੇਤਨਾ ਹਿੰਦੂਵਾਦੀ, ਆਰੀਆ ਸਮਾਜੀ ਪ੍ਰਭਾਵਾਂ ਨਾਲ ਗ੍ਰਹਿਣੀ ਗਈ ਸੀ, ਜਿਸ ਦੀ ਝਲਕ ਉਸ ਦੀਆਂ ਲਿਖਤਾਂ, ਭਾਸ਼ਣਾਂ ਅਤੇ ਕਵਿਤਾਵਾਂ ਵਿੱਚੋਂ ਸਾਫ਼ ਦੇਖੀ ਜਾ ਸਕਦੀ ਹੈ। ਪਰ ਗੁਣੀ ਗਿਆਨੀ, ਨਿਪੁੰਨ ਪ੍ਰਚਾਰਕ ਅਤੇ ਜੋਸ਼ੀਲਾ ਬੁਲਾਰਾ ਹੋਣ ਕਰਕੇ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਭਾਈ ਸਾਹਿਬ ਦੀ ਬਹੁਤ ਧਾਕ ਪੈ ਗਈ ਸੀ।
ਲੋਕ ਉਹਨਾਂ ਦੇ ਗੁਰਬਾਣੀ ਬਾਰੇ ਕਥਾ, ਵਿਖਿਆਨ ਅਤੇ ਰਾਜਸੀ ਰੰਗਤ ਵਾਲੇ ਲੈਕਚਰ ਸੁਣ ਕੇ ਬੇਹੱਦ ਨਿਹਾਲ ਹੁੰਦੇ ਸਨ। ਐਤਵਾਰ ਨੂੰ ਗੁਰਦੁਆਰੇ ਦੇ ਪ੍ਰੋਗਰਾਮ ਦੀ ਇਸ ਕਦਰ ਮਸ਼ਹੂਰੀ ਹੋ ਗਈ ਸੀ ਕਿ ਲੋਕੀ ਹਫ਼ਤਾ ਭਰ ਇੰਤਜ਼ਾਰ ਕਰਦੇ ਰਹਿੰਦੇ। ਇਸ ਤਰ੍ਹਾਂ ਜਦੋਂ ਭਾਈ ਕਰਤਾਰ ਸਿੰਘ ਸਰਾਭਾ ਜੂਨ 1912 ਵਿੱਚ ਹਾਂਗਕਾਂਗ ਪੁੱਜਾ ਤਾਂ ਭਾਈ ਭਗਵਾਨ ਸਿੰਘ ਨੇ ਉੱਥੇ ਸਿੱਖੀ ਪਿਆਰ ਅਤੇ ਦੇਸ਼ ਪ੍ਰੇਮ ਦਾ ਉਤਸ਼ਾਹਮਈ ਵਾਤਾਵਰਨ ਪੈਦਾ ਕਰ ਰੱਖਿਆ ਸੀ। ਸਰਾਭੇ ਦਾ ਹਾਂਗਕਾਂਗ ਪੜਾਓ। ਭਾਈ ਭਗਵਾਨ ਸਿੰਘ ਨੇ ਕਰਤਾਰ ਸਿੰਘ ਸਰਾਭਾ ਨਾਲ ਆਪਣੀ ਮੁਲਾਕਾਤ ਦਾ ਜ਼ਿਕਰ ਇੰਜ ਕੀਤਾ ਹੈ। ਥੋੜ੍ਹੀ ਦੇਰ ਬਾਅਦ ਸਵੇਰ ਦੀ ਗਰਦਸ਼ ਕਰਨ ਅਤੇ ਇੱਕ ਹੋਰ ਨੌਜਵਾਨ ਮਿਲਿਆ। ਮੈਨੂੰ ਇਹ ਕਿਆਸ ਵੀ ਨਹੀਂ ਸੀ ਕਿ ਮੈਂ ਇੱਕ ਅਜਿਹੇ ਨੌ-ਨਿਹਾਲ ਨਾਲ ਬਾਤਚੀਤ ਕਰ ਰਿਹਾ ਹਾਂ ਜੋ ਮੇਰੇ ਬੱਚਿਆਂ ਨਾਲੋਂ ਵੀ ਪਿਆਰਾ ਅਤੇ ਵਤਨ ਦਾ ਬੇਸ਼ਕੀਮਤੀ ਲਾਲ ਹੋ ਚਮਕੇਗਾ। ਇਹ ਸੀ ਕਰਤਾਰ ਸਿੰਘ ਸਰਾਭਾ। ਬੱਚਾ ਸੀ ਅਜੇ, ਦਾੜ੍ਹੀ ਨਹੀਂ ਸੀ ਉਤਰੀ, ਮਿਲਣਸਾਰ, ਸੁੰਦਰ, ਸੰਜੀਦਾ ਅਤੇ ਹੋਣਹਾਰ। ਹਰ ਹਫ਼ਤੇ ਗੁਰਦੁਆਰੇ ਵਿੱਚ ਲੈਕਚਰ ਹੋਣ ਤੋਂ ਇਲਾਵਾ ਖੇਲਾਂ ਵੀ ਹੁੰਦੀਆਂ ਸਨ, ਕੁਸ਼ਤੀ, ਗੋਲਾ ਸੁੱਟਣਾ ਆਦਿ। ਸ਼ਾਮ ਨੂੰ ਕਥਾ ਕੀਰਤਨ, ਬਹਿਸ ਮੁਬਾਹਸੇ ਵਗੈਰਾ ਸਧਾਰਨ ਜ਼ਿੰਦਗੀ ਸੀ। ਬਤੌਰ ਗ੍ਰੰਥੀ ਮੈਂ 2 ਵਾਰੀ ਹਰ ਰੋਜ਼ ਸਾਰੇ ਮੁਸਾਫਿਰਾਂ ਨੂੰ ਮਿਲਿਆ ਕਰਦਾ ਸੀ, ਉਹਨਾਂ ਦੇ ਨਾਂ ਪਤੇ ਲਿਖਦਾ ਸੀ, ਸ਼ਿਕਾਇਤਾਂ ਸੁਣਦਾ ਅਤੇ ਅਗਰ ਕੋਈ ਸੇਵਾ ਜਾਂ ਲੋੜ ਹੋਵੇ ਤਾਂ ਪੂਰੀ ਕਰਦਾ। ਉਹ ਕਰਤਾਰ ਸਿੰਘ ਸਰਾਭਾ ਰਾਤੀ ਆਇਆ ਸੀ ਅਤੇ ਅੱਜ ਸਵੇਰੇ ਮਿਲੇ। ਇੱਕ ਲੈਕਚਰ ਸੁਣਿਆ ਅਤੇ ਇੱਕ ਗੋਲਾਬਾਜੀ ਦੇਖ ਕੇ ਦੋਸਤ ਬਣ ਗਏ। ਉਹ ਵਿਦੇਸ਼ੀ ਮੁਲਕਾਂ ਵਿੱਚ ਬੜੀ ਦਿਲਚਸਪੀ ਰੱਖਦਾ। ਚੀਨ, ਜਾਪਾਨ, ਅਮਰੀਕਾ ਅਤੇ ਕੈਨੇਡਾ ਬਾਰੇ ਖ਼ਬਰਾਂ ਪੁੱਛਦਾ ਰਹਿੰਦਾ। ਚੰਦ ਹਫ਼ਤਿਆਂ ਦੀ ਵਾਕਫ਼ੀ ਮੇਰੇ ਦਿਲ 'ਤੇ ਕਾਫ਼ੀ ਅਸਰ ਕਰ ਗਈ। ਅਨੁਮਾਨ ਲਾਇਆ ਜਾ ਸਕਦਾ ਹੈ ਕਿ ਹਾਂਗਕਾਂਗ ਅੰਦਰ ਕੁਝ ਹਫ਼ਤਿਆਂ ਦੇ ਪੜਾਓ ਦੌਰਾਨ ਭਾਈ ਕਰਤਾਰ ਸਿੰਘ ਸਰਾਭਾ ਨੂੰ ਪ੍ਰਦੇਸਾਂ ਵਿੱਚ ਰਹਿਣ ਵਾਲੇ ਭਾਰਤੀਆਂ, ਖ਼ਾਸ ਕਰਕੇ ਸਿੱਖਾਂ ਅੰਦਰ ਹੋ ਰਹੀ ਰਾਜਸੀ ਹਿਲਜੁਲ ਦੀ ਜ਼ਰੂਰ ਸੂਹ ਲੱਗ ਗਈ ਹੋਵੇਗੀ। ਉਹ ਕੁਝ ਕੁ ਹਫ਼ਤੇ ਹਾਂਗਕਾਂਗ ਰੁਕਿਆ ਅਤੇ ਅਖੀਰ ਉੱਥੋਂ 2 ਜੁਲਾਈ ਨੂੰ ਸਾਇਬੇਰੀਆ ਜਹਾਜ਼ 'ਤੇ ਸਵਾਰ ਹੋ ਕੇ ਅਮਰੀਕਾ ਲਈ ਚੱਲ ਪਿਆ। 28 ਜੁਲਾਈ ਨੂੰ ਉਹ ਪੱਛਮੀ ਤੱਟ ਦੇ ਪ੍ਰਸਿੱਧ ਸ਼ਹਿਰ ਸਾਨ ਫਰਾਂਸਿਸਕੋ ਦੇ ਨੇੜਲੇ ਟਾਪੂ ਏਂਜਲ ਆਈਲੈਂਡ ਦੇ ਜਹਾਜ਼ ਘਾਟ ਉੱਤੇ ਜਾ ਉਤਰਿਆ। ਉਹਨਾਂ ਵੇਲਿਆਂ ਵਿੱਚ ਜਦੋਂ ਕੋਈ ਹਿੰਦੁਸਤਾਨੀ ਅਮਰੀਕਾ ਦੇ ਜਹਾਜ਼ ਘਾਟ ਉੱਤੇ ਪਹੁੰਚਦਾ ਸੀ ਤਾਂ ਅਮਰੀਕਾ ਦੇ ਇਮੀਗ੍ਰੇਸ਼ਨ ਮਹਿਕਮੇ ਦੇ ਅਫ਼ਸਰ ਬਹੁਤ ਜ਼ਿਆਦਾ ਅਤੇ ਪੁੱਠੇ ਸਿੱਧੇ ਸਵਾਲ ਪੁੱਛਦੇ ਸਨ। ਉਹ ਸਵਾਲਾਂ ਦੀ ਝੜੀ ਦਾ ਮੰਤਵ ਇਹ ਹੁੰਦਾ ਸੀ ਕਿ ਕਿਸੇ ਨਾ ਕਿਸੇ ਬਹਾਨੇ ਹਿੰਦੁਸਤਾਨੀਆਂ ਨੂੰ ਅਮਰੀਕਾ ਵਿੱਚ ਵੜਨ ਤੋਂ ਜਵਾਬ ਦੇ ਕੇ ਵਾਪਸ ਮੋੜ ਦਿੱਤਾ ਜਾਵੇ। ਬਾਬਾ ਸੋਹਣ ਸਿੰਘ ਭਕਨਾ ਦੇ ਸ਼ਬਦਾਂ ਵਿੱਚ ਇਹ ਸਾਰੇ ਸਵਾਲ ਐਵੇਂ ਵਾਧੂ ਅਤੇ ਇੱਕ ਤਰ੍ਹਾਂ ਦੇ ਹੀਲੇ ਬਹਾਨੇ ਘੜਨੇ ਹੀ ਹੁੰਦੇ ਸਨ। ਇਸ ਤਰ੍ਹਾਂ ਹਿੰਦੀਆਂ ਦੇ ਲੱਖਾਂ ਰੁਪਏ ਜਹਾਜ਼ਾਂ ਦੇ ਕਿਰਾਏ ਮੂੰਹ ਬਰਬਾਦ ਹੁੰਦੇ ਸਨ ਅਤੇ ਉਹ ਵਿਚਾਰੇ ਨਿਰਾਸ਼ ਅਤੇ ਖੱਜਲ ਖੁਆਰ ਹੋ ਕੇ ਮੁੜ ਆਉਂਦੇ ਸਨ। ਵਿਚਾਰੇ ਇਹੋ ਜਿਹੇ ਅਸਫਲ ਹਿੰਦੀ ਚੀਨ, ਮਲਾਇਆ ਆਦਿਕ ਟਾਪੂਆਂ ਵਿੱਚ ਧੱਕੇ ਖਾਂਦੇ ਫਿਰਦੇ ਸਨ। ਅਮਰੀਕਾ ਦਾ ਪਹਿਲਾ ਕੌੜਾ ਤਜਰਬਾ। ਅਮਰੀਕਾ ਦੇ ਇਮੀਗ੍ਰੇਸ਼ਨ ਅਫ਼ਸਰਾਂ ਨੇ ਦੂਜੇ ਦੇਸ਼ਾਂ ਦੇ ਵਾਸੀਆਂ ਨੂੰ ਤਾਂ ਬਿਨਾਂ ਕਿਸੇ ਰੋਕ-ਟੋਕ ਤੋਂ ਉਤਰਨ ਦੀ ਆਗਿਆ ਦੇ ਦਿੱਤੀ, ਪਰ ਹਿੰਦੁਸਤਾਨ ਦੇ ਵਸਨੀਕਾਂ ਨੂੰ ਪੁੱਛ-ਗਿੱਛ ਲਈ ਰੋਕ ਲਿਆ। ਇਹ ਕਰਤਾਰ ਸਿੰਘ ਦਾ ਅਮਰੀਕਾ ਬਾਰੇ ਪਹਿਲਾ ਤਲਖ਼ ਤਜਰਬਾ ਸੀ। ਇਸ ਨਾਲ ਉਹਨੂੰ ਡਾਢੀ ਬੇਇੱਜ਼ਤੀ ਅਤੇ ਨਿਰਾਦਰੀ ਦਾ ਅਹਿਸਾਸ ਹੋਇਆ। ਉਸ ਨੇ ਗੁਲਾਮੀ ਦੀ ਗਿਲਾਜ਼ਤ ਦੀ ਚੁਭਣ ਮਹਿਸੂਸ ਕੀਤੀ। ਉਸ ਦੇ ਮਨ ਅੰਦਰ ਰਾਜਸੀ ਰੋਹ ਦੀ ਚਿਣਗ ਇੱਥੇ ਹੀ ਪੈਦਾ ਹੋ ਗਈ ਸੀ। ਡਾਕਟਰੀ ਵਿੱਚ ਪਾਸ ਹੋ ਜਾਣ ਤੋਂ ਬਾਅਦ ਕਰਤਾਰ ਸਿੰਘ 31 ਜੁਲਾਈ ਨੂੰ ਇਮੀਗ੍ਰੇਸ਼ਨ ਮਹਿਕਮੇ ਦੇ ਸਪੈਸ਼ਲ ਪੜਤਾਲੀਆ ਬੋਰਡ ਅੱਗੇ ਪੇਸ਼ ਹੋਇਆ। ਬੋਰਡ ਦੇ ਚੇਅਰਮੈਨ ਨਾਲ ਉਸ ਦੀ ਹੇਠ ਲਿਖੀ ਗੱਲਬਾਤ ਹੋਈ ਦੱਸੀ ਜਾਂਦੀ ਹੈ। ਸਵਾਲ: ਤੇਰਾ ਰਸਤੇ ਦਾ ਖਰਚਾ ਕਿਸ ਨੇ ਦਿੱਤਾ? ਜਵਾਬ: ਮੇਰੇ ਦਾਦੇ ਬਦਨ ਸਿੰਘ ਨੇ। ਸਵਾਲ: ਤੇਰੇ ਕੋਲ ਕਿੰਨੇ ਪੈਸੇ ਹਨ? ਜਵਾਬ: ਲਗਭਗ $100। ਸਵਾਲ: ਕੀ ਤੂੰ ਪਹਿਲਾਂ ਵੀ ਕਦੀ USA ਵਿੱਚ ਰਿਹਾ ਏਂ? ਜਵਾਬ: ਨਹੀਂ।
सवाल, की तेरा कोई रिश्तेदार जां दोस्त इत्थे है? जवाब, नहीं। सवाल, तूं इत्थे की करन दी आस करदा है? जवाब, मैं इत्थे पढ़ाई करांगा। सवाल, इत्थे तूं पढ़ेगा कित्थे? जवाब, बरकली दी यूनीवर्सिटी विच। सवाल, अमरीका विच रहिंदिआं तेरी मदद किवें होवेगी? जवाब, मेरे दादे वल्लों ਉਹ ਮੈਨੂੰ ਪੈਸੇ ਭੇਜੇਗਾ। सवाल, ਉਹਦਾ ਕੰਮਕਾਰ ਕੀ ਹੈ? जवाब, ਉਹ किसान है, ਉਹਦੀ 300 एकड़ ਜ਼ਮੀਨ है। सवाल, ਕੀ ਤੇਰੇ ਕੋਈ ਭਰਾ ਹਨ? जवाब, नहीं, मैं इकलौता पुत्र हाँ। सवाल, तू अपने दादे नाल किन्ना समा रहा? जवाब, मेरे पिता नूं मरियां 11 साल हो गए हैं। मेरी माता तकरीबन 4 कुछ साल पहला मरी सी। सवाल, तू अंग्रेजी बोलनी कित्थों सीखी? जवाब, लुधियाने जिले दे मिशन हाई स्कूल विचों। सवाल, उत्थे तू किन्ना चिर स्कूल जांदा रहा? जवाब, लगभग 4 साल ਅਤੇ 5 ਸਾਲ ਮੈਂ ਆਪਣੇ ਪਿੰਡ ਵਾਲੇ ਸਕੂਲ ਵਿੱਚ ਲਾਏ। ਸਵਾਲ, ਕੀ ਪੜ੍ਹਾਈ ਵਾਸਤੇ ਇੱਥੇ ਤੂੰ ਹੋਰ ਕੋਈ ਕੰਮ ਕਰਨ ਦਾ ਇਰਾਦਾ ਰੱਖਦਾ ਹੈ? ਜਵਾਬ, ਨਹੀਂ, ਮੇਰਾ ਦਾਦਾ ਮੈਨੂੰ ਹਰ ਮਹੀਨੇ ਪੈਸੇ ਭੇਜੇਗਾ। ਸਵਾਲ, ਕਿੰਨੀ ਰਾਸ਼ੀ? ਜਵਾਬ, ਲਗਭਗ $40 ਪ੍ਰਤੀ ਮਹੀਨਾ। ਸਵਾਲ, ਬਰਕਲੀ ਵਿੱਚ ਤੇਰਾ ਪਤਾ ਕੀ ਹੋਵੇਗਾ? ਜਵਾਬ, ਮੈਂ ਅਜੇ ਨਹੀਂ ਦੱਸ ਸਕਦਾ। ਸਵਾਲ, ਕੀ ਤੂੰ ਇਸ ਦੇਸ਼ ਵਿੱਚ ਕੰਮ ਕਰੇਗਾ? ਜਵਾਬ, ਨਹੀਂ। ਸਵਾਲ, ਤੂੰ USA ਵਿੱਚ ਕਿੰਨਾ ਸਮਾਂ ਠਹਿਰੇਗਾ? ਜਵਾਬ, ਤਕਰੀਬਨ 5 ਸਾਲ। ਸਵਾਲ, ਯੂਨੀਵਰਸਿਟੀ ਵਿੱਚ ਕਿਹੜਾ ਵਿਸ਼ਾ ਲਵੇਂਗਾ? ਜਵਾਬ, ਇਲੈਕਟ੍ਰੀਕਲ ਇੰਜੀਨੀਅਰਿੰਗ। ਸਵਾਲ, 1 ਮਹੀਨੇ ਦੇ ਖਰਚੇ ਲਈ $40 ਬਹੁਤ ਥੋੜ੍ਹੇ ਹਨ, ਹੈ ਕਿ ਨਹੀਂ? ਜਵਾਬ, ਮੈਂ ਘਰੋਂ $40 ਤੋਂ ਜ਼ਿਆਦਾ ਵੀ ਲੈ ਸਕਦਾ ਹਾਂ। ਸਵਾਲ, ਲੋੜ ਪੈਣ 'ਤੇ ਤੇਰਾ ਦਾਦਾ ਤੈਨੂੰ ਜ਼ਿਆਦਾ ਧਨ ਭੇਜ ਸਕਦਾ ਹੈ? ਜਵਾਬ, ਹਾਂ। ਭਾਈ ਕਰਤਾਰ ਸਿੰਘ ਸਰਾਭਾ ਦੇ ਉਪਰੋਕਤ ਜਵਾਬਾਂ ਨਾਲ ਬੋਰਡ ਦੀ ਤਸੱਲੀ ਹੋ ਗਈ ਅਤੇ ਉਸ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਮਿਲ ਗਈ। ਇਸ ਤਰ੍ਹਾਂ ਬੰਦਰਗਾਹ ਉੱਤੇ 3 ਦਿਨਾਂ ਦੀ ਹਿਰਾਸਤ ਤੋਂ ਬਾਅਦ ਉਸ ਨੇ 31 ਜੁਲਾਈ ਨੂੰ ਅਮਰੀਕਾ ਦੀ ਧਰਤੀ ਉੱਤੇ ਪਹਿਲਾ ਕਦਮ ਧਰਿਆ। ਬਾਬਾ ਸੋਹਣ ਸਿੰਘ ਭਕਨਾ ਅਨੁਸਾਰ ਉਹ ਜਹਾਜ਼ੋਂ ਉਤਰ ਕੇ ਸਿੱਧਾ ਆਪਣੇ ਸਿੱਖ ਭਾਈਆਂ ਕੋਲ ਯੂਲੋ ਕਾਉਂਟੀ ਚਲਾ ਗਿਆ। ਇਹ ਜਗ੍ਹਾ ਸਾਨ ਫਰਾਂਸਿਸਕੋ ਤੋਂ 65 ਕੁ ਮੀਲ ਦੂਰ ਹੈ। ਉਸ ਦੇ ਇਹ ਸਿੱਖ ਭਾਈ ਕੌਣ ਸਨ? ਮਾਲਵਾ ਸਿੱਖ ਇਤਿਹਾਸ ਵਿੱਚੋਂ ਸੰਕੇਤ ਮਿਲਦਾ ਹੈ ਕਿ ਇਹ ਭਾਈ ਬੂੜ ਸਿੰਘ ਪਿੰਡ ਬਿਜਲ ਸਨ। ਭਾਈ ਬੂੜ ਸਿੰਘ ਬਾਰੇ ਪੂਰਾ ਵੇਰਵਾ ਇਸ ਤਰ੍ਹਾਂ ਦਿੱਤਾ ਗਿਆ ਹੈ। ਆਪ ਦਾ ਜਨਮ 1880 ਨੂੰ ਪਿੰਡ ਬਿੰਜਲ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। 1899 ਵਿੱਚ ਆਪ 54 ਨੰਬਰ ਪਲਟਨ ਵਿੱਚ ਭਰਤੀ ਹੋ ਗਏ। 1906 ਵਿੱਚ ਪਲਟਨ ਵਿੱਚੋਂ ਨਾਮ ਕਟਾ ਕੇ ਅਮਰੀਕਾ ਚਲੇ ਗਏ। ਅਮਰੀਕਾ ਵਿੱਚ ਆਪ ਦਾ ਸੋਹਣਾ ਕਾਰੋਬਾਰ ਚੱਲ ਪਿਆ। ਸੰਨ 1912 ਵਿੱਚ ਸਰਦਾਰ ਕਰਤਾਰ ਸਿੰਘ ਸਰਾਭਾ ਜਦ ਅਮਰੀਕਾ ਵਿੱਚ ਪੜ੍ਹਨ ਗਏ ਤਾਂ ਸਭ ਤੋਂ ਪਹਿਲਾਂ ਆਪ ਜੀ ਪਾਸ ਹੀ ਠਹਿਰੇ ਸਨ। ਜਦ ਗਦਰ ਪਾਰਟੀ ਕਾਇਮ ਹੋਈ ਅਤੇ ਗਦਰ ਅਖਬਾਰ ਕੱਢਣ ਦੀਆਂ ਤਿਆਰੀਆਂ ਹੋਣ ਲੱਗੀਆਂ ਤਾਂ ਬੂੜ ਸਿੰਘ ਜੀ ਨੇ $12,000 ਆਪਣੇ ਪਾਸੋਂ ਦਿੱਤਾ ਅਤੇ ਹੋਰ ਬਹੁਤ ਸਾਰਾ ਇਕੱਠਾ ਕਰਕੇ ਦਿੱਤਾ। ਗਦਰ ਪਾਰਟੀ ਦੇ ਫੈਸਲੇ ਅਨੁਸਾਰ ਜਦ ਅਮਰੀਕਾ ਅਤੇ ਕੈਨੇਡਾ ਵਿੱਚ ਰਹਿਣ ਵਾਲੇ ਦੇਸ਼ ਭਗਤਾਂ ਨੇ ਵਾਪਸ ਆਉਣ ਦਾ ਫੈਸਲਾ ਕੀਤਾ ਤਾਂ ਆਪ ਨੇ ਆਪਣੇ ਪਾਸੋਂ ਮਿਸਟਰ ਪਿੰਗਲੇ, ਮਿਸਟਰ ਗੁਪਤਾ, ਸਰਦਾਰ ਕਰਤਾਰ ਸਿੰਘ ਆਦਿਕ 13 ਦੇਸ਼ ਭਗਤਾਂ ਨੂੰ ਅਮਰੀਕਾ ਤੋਂ ਵਾਪਸ ਆਉਣ ਦਾ ਕਿਰਾਇਆ ਦਿੱਤਾ। ਵਾਪਸ ਆ ਕੇ ਆਪ ਨੇ ਆਜ਼ਾਦੀ ਦੀ ਜੱਦੋ-ਜਹਿਦ ਜਾਰੀ ਰੱਖੀ। ਉੜਕ ਆਪ ਮਿਸਰੀ ਵਾਲੇ ਦੇ ਪੁਲ ਪਾਸ ਪੁਲਿਸ ਨਾਲ ਟਾਕਰੇ ਵਿੱਚ 27 ਨਵੰਬਰ 1914 ਨੂੰ ਸ਼ਹੀਦ ਹੋ ਗਏ। ਨੋਟ: ਗਦਰ ਲਹਿਰ ਬਾਰੇ ਖੋਜ ਕਾਰਜ ਵਿੱਚ ਜੁਟੇ ਹੋਏ ਰਾਜਵਿੰਦਰ ਸਿੰਘ ਰਾਹੀ ਵੱਲੋਂ ਭਾਈ ਬੂੜ ਸਿੰਘ ਦੇ ਪਿੰਡ ਜਾ ਕੇ ਉਸ ਦੇ ਪਰਿਵਾਰ ਕੋਲੋਂ ਹਾਸਲ ਕੀਤੀ ਗਈ ਜਾਣਕਾਰੀ ਅਨੁਸਾਰ ਭਾਈ ਬੂੜ ਸਿੰਘ ਉਰਫ ਭਾਈ ਰੂੜ ਸਿੰਘ ਅਤੇ ਭਾਈ ਜਗਤ ਸਿੰਘ ਦੋਵੇਂ ਸਕੇ ਭਰਾ ਸਨ। ਉਹਨਾਂ ਦੇ ਪਿਤਾ ਦਾ ਨਾਂ ਸਰਦਾਰ ਸੱਦਾ ਸਿੰਘ ਸਪੁੱਤਰ ਸਰਦਾਰ ਸੁਖਣ ਸਿੰਘ ਸੀ। ਉਹ ਕੁੱਲ 5 ਭਰਾ ਸਨ। ਭਾਈ ਬੂੜ ਸਿੰਘ ਸਾਰਿਆਂ ਨਾਲੋਂ ਵੱਡੇ ਸਨ। ਭਾਈ ਕਰਤਾਰ ਸਿੰਘ ਸਰਾਭਾ ਦਾ ਉਹਨਾਂ ਨਾਲ ਗੂੜ੍ਹੇ ਪਿਆਰ ਵਾਲਾ ਰਿਸ਼ਤਾ ਸੀ।
ਸਰਾਭਾ ਭਾਈ ਬੂੜ ਸਿੰਘ ਨੂੰ ਪਿਆਰ ਅਤੇ ਸਤਿਕਾਰ ਨਾਲ ਹਮੇਸ਼ਾ ਬਾਈ ਕਹਿ ਕੇ ਬੁਲਾਉਂਦਾ ਸੀ। ਭਾਈ ਬੂੜ ਸਿੰਘ ਨੇ ਕਰਤਾਰ ਸਿੰਘ ਸਰਾਭਾ ਦੇ ਸਹਿਯੋਗ ਨਾਲ 13 ਮਾਰਚ 1913 ਨੂੰ ਦੇਸ਼ ਦੀ ਆਜ਼ਾਦੀ ਦਾ ਪੈਗਾਮ ਦੇਣ ਲਈ ਯੂਲੋ ਬਾਗ ਵਿੱਚ ਪਹਿਲਾ ਜਲਸਾ ਕਰਵਾਇਆ ਸੀ, ਜਿਸ ਨਾਲ ਲਾਲਾ ਹਰਦਿਆਲ ਨੂੰ ਉਚੇਚੇ ਤੌਰ 'ਤੇ ਬੁਲਾਇਆ ਗਿਆ। ਜਦੋਂ ਗਦਰੀਆਂ ਨੇ 1914 ਵਿੱਚ ਦੇਸ਼ ਨੂੰ ਚਾਲੇ ਪਾ ਦਿੱਤੇ ਤਾਂ ਭਾਈ ਬੂੜ ਸਿੰਘ ਨੇ 6-7 ਸਾਲ ਵਿੱਚ ਜਿੰਨੀ ਵੀ ਕਮਾਈ ਕੀਤੀ ਉਹ ਸਾਰੀ ਪਾਰਟੀ ਨੂੰ ਦਾਨ ਕਰਕੇ ਆਪ ਮਰਜੀਵੜਿਆਂ ਨਾਲ ਦੇਸ਼ ਲਈ ਰਵਾਨਾ ਹੋ ਗਏ। ਪਰ ਉਹਨਾਂ ਨੂੰ ਆਉਂਦਿਆਂ ਹੀ ਬੰਦਰਗਾਹ ਉੱਤੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਮੁਕੱਦਮੇ ਦੀ ਕਾਰਵਾਈ ਦੌਰਾਨ ਵਾਅਦਾ ਮੁਆਫ ਗਵਾਹ ਨਵਾਬ ਖਾਂ ਨੇ ਆਪਣੇ ਭਰਾ, ਜਿਹੜਾ ਗਦਰ ਪਾਰਟੀ ਦਾ ਹਮਦਰਦ ਅਤੇ ਭਾਈ ਬੂੜ ਸਿੰਘ ਦਾ ਨਜ਼ਦੀਕੀ ਮਿੱਤਰ ਸੀ, ਦੇ ਕਹਿਣ 'ਤੇ ਭਾਈ ਬੂੜ ਸਿੰਘ ਨੂੰ ਪਛਾਣਨੋਂ ਨਾਂਹ ਕਰ ਦਿੱਤੀ ਸੀ, ਜਿਸ ਕਰਕੇ ਉਹਨਾਂ ਨੂੰ ਉਮਰ ਕੈਦ ਦੀ ਥਾਵੇਂ 7 ਸਾਲਾਂ ਦੀ ਕੈਦ ਹੋਈ। ਉਹ ਪਹਿਲਾਂ 2 ਸਾਲ ਜੇਹਲਮ ਜੇਲ੍ਹ ਵਿੱਚ ਰਹੇ, ਫਿਰ ਲਾਹੌਰ ਅਤੇ ਕੈਮਲਪੁਰ ਦੀਆਂ ਜੇਲ੍ਹਾਂ ਵਿੱਚ ਬੰਦ ਰਹੇ। 1921 ਵਿੱਚ 7 ਸਾਲ ਕੈਦ ਕੱਟਣ ਉਪਰੰਤ ਰਿਹਾ ਹੋ ਕੇ ਪਿੰਡ ਆ ਗਏ, ਪਰ ਪਿੰਡ ਵਿੱਚ ਵੀ ਉਹ ਕਈ ਸਾਲ ਜੂਹ ਬੰਦ ਰਹੇ। ਅੰਤ ਵਿੱਚ ਉਹ 11 ਜੁਲਾਈ 1966 ਨੂੰ ਅਕਾਲ ਚਲਾਣਾ ਕਰ ਗਏ। ਯੂਲੋ ਕਾਉਂਟੀ ਵਿੱਚ ਉਸ ਵੇਲੇ ਜ਼ਿਆਦਾਤਰ ਪੰਜਾਬੀ ਬਾਗਾਂ ਵਿੱਚ ਫਲ ਮੇਵੇ ਤੋੜਨ ਦਾ ਕੰਮ ਕਰਦੇ ਸਨ। ਇਸ ਕਰਕੇ ਕਰਤਾਰ ਸਿੰਘ ਨੇ ਵੀ ਉਹਨਾਂ ਦੇ ਨਾਲ ਖੁਰਮਾਨੀਆਂ, ਸੇਬ ਅਤੇ ਹੋਰ ਫਲਾਂ ਨੂੰ ਤੋੜਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਬਦਲੇ ਉਸ ਨੂੰ ਦਿਹਾੜੀ ਦੇ $2 ਤੋਂ $3 ਉਜਰਤ ਮਿਲ ਜਾਂਦੀ ਸੀ। ਉਸ ਨੇ ਉੱਥੇ 2-3 ਮਹੀਨੇ ਕੰਮ ਕੀਤਾ। ਇਸ ਤੋਂ ਬਾਅਦ ਉਹ ਓਰੇਗਨ ਸਟੇਟ ਦੇ ਤਟੀ ਸ਼ਹਿਰ ਅਸਟੋਰੀਆ ਚਲਾ ਗਿਆ, ਜਿੱਥੇ ਉਸ ਦੇ ਆਪਣੇ ਹੀ ਪਿੰਡ ਦੇ ਭਾਈ ਰੁਲੀਆ ਸਿੰਘ ਅਤੇ ਅਰਜਨ ਸਿੰਘ ਇੱਕ ਲੱਕੜੀ ਦੀ ਮਿੱਲ ਵਿੱਚ ਕੰਮ ਕਰਦੇ ਸਨ। ਕਰਤਾਰ ਸਿੰਘ ਨੇ ਵੀ ਉਹਨਾਂ ਨਾਲ ਰਲ ਕੇ ਮਿੱਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕੁਝ ਜੀਵਨੀਕਾਰਾਂ ਨੇ ਲਿਖਿਆ ਹੈ ਕਿ ਕਰਤਾਰ ਸਿੰਘ 31 ਜੁਲਾਈ 1912 ਨੂੰ ਬੰਦਰਗਾਹ ਤੋਂ ਸਿੱਧਾ ਬਰਕਲੀ ਯੂਨੀਵਰਸਿਟੀ ਚਲਾ ਗਿਆ, ਜਿੱਥੇ ਉਸ ਨੇ ਉਸੇ ਵੇਲੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ। ਇਹ ਗੱਲ ਸੱਚੀ ਨਹੀਂ ਜਾਪਦੀ, ਕਿਉਂਕਿ ਬਾਬਾ ਜਵਾਲਾ ਸਿੰਘ ਦੀ ਡਾਇਰੀ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਦਸੰਬਰ 1912 ਵਿੱਚ ਕਰਤਾਰ ਸਿੰਘ ਸਰਾਭਾ ਅਸਟੋਰੀਆ ਵਿਖੇ ਲੱਕੜੀ ਦੀ ਮਿੱਲ ਵਿੱਚ ਕੰਮ ਕਰਦਾ ਸੀ। ਗਦਰ ਪਾਰਟੀ ਦੇ ਇੱਕ ਹੋਰ ਆਗੂ ਨਵਾਬ ਖਾਂ, ਜਿਹੜਾ ਪਿੱਛੋਂ ਜਾ ਕੇ ਵਾਅਦਾ ਮੁਆਫ ਗਵਾਹ ਬਣ ਗਿਆ ਸੀ, ਨੇ ਵੀ ਜੱਜਾਂ ਅੱਗੇ ਗਵਾਹੀ ਦਿੰਦਿਆਂ ਕਰਤਾਰ ਸਿੰਘ ਸਰਾਭਾ ਦੇ ਦਸੰਬਰ 1912 ਵਿੱਚ ਅਸਟੋਰੀਆ ਹੋਣ ਦੀ ਪੁਸ਼ਟੀ ਕੀਤੀ ਹੈ। ਉੱਥੋਂ ਬਾਬਾ ਜਵਾਲਾ ਸਿੰਘ ਹੋਰਾਂ ਦੇ ਪ੍ਰੇਰਨਾ 'ਤੇ ਹੀ ਉਹ ਜਨਵਰੀ ਵਿੱਚ ਬਰਕਲੀ ਜਾ ਕੇ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਲਈ ਤਿਆਰ ਹੋ ਗਿਆ। ਬਾਬਾ ਜੀ ਇੰਜ ਲਿਖਦੇ ਹਨ: ਦਸੰਬਰ 1912 ਵਿੱਚ ਵੈਨਕੂਵਰੋਂ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਭਾਈ ਬਲਵੰਤ ਸਿੰਘ ਖੁਰਦਪੁਰ ਦੀ ਚਿੱਠੀ ਆ ਗਈ ਕਿ ਆਪ ਵੈਨਕੂਵਰ ਆਈਏ ਅਤੇ ਇੱਥੇ ਕੁਝ ਆਪਸ ਵਿੱਚ ਬਹਿ ਕੇ ਵਿਚਾਰ ਕਰਨੀ ਹੈ। ਮੈਂ ਉਸੇ ਵੇਲੇ ਵੈਨਕੂਵਰ ਨੂੰ ਤਿਆਰ ਹੋ ਗਿਆ। ਬਰਕਲੀ ਜਾ ਕੇ ਨਾਲ ਨੰਦ ਸਿੰਘ ਨੂੰ ਲਿਆ ਅਤੇ ਸਾਨ ਫਰਾਂਸਿਸਕੋ ਤੋਂ ਪਾਸ ਅਸਟੋਰੀਆ ਦਾ ਲੈ ਲਿਆ। ਅਸਾਂ ਆਪਣਾ ਪ੍ਰੋਗਰਾਮ ਇੱਦਾਂ ਬਣਾਇਆ ਕਿ ਰਸਤੇ ਵਿੱਚ ਓਰਗਾਨ ਵਿੱਚੋਂ ਉਗਰਾਹੀ ਕਰਦੇ ਹੋਏ ਵੈਨਕੂਵਰ ਚੱਲਾਂਗੇ। ਅਸੀਂ ਦੋਵੇਂ ਹੀ ਜਹਾਜ਼ ਵਿੱਚ ਚੜ੍ਹ ਕੇ ਬੈਠੇ ਅਤੇ ਅਸਟੋਰੀਆ ਜਾ ਉਤਰੇ। ਇੱਥੇ ਇੱਕ ਲੱਕੜੀ ਦਾ ਕਾਰਖਾਨਾ ਹੈ। ਇਸ ਵਿੱਚ ਭਾਰਤੀ ਕਿਰਤੀ ਬਹੁਤ ਕੰਮ ਕਰਦੇ ਹਨ। ਇੱਥੇ ਅਸੀਂ ਇੱਕ ਹੋਟਲ ਵਿੱਚ ਚਲੇ ਗਏ। ਇਸੇ ਹੋਟਲ ਵਿੱਚ ਕਰਤਾਰ ਸਿੰਘ ਸਰਾਭਾ, ਜ਼ਿਲ੍ਹਾ ਲੁਧਿਆਣੇ ਵਾਲਾ ਹੈ। ਇਹ ਨੰਦ ਸਿੰਘ ਦੇ ਨਾਲ ਹੀ ਦੇਸੋਂ ਪੜ੍ਹਨ ਵਾਸਤੇ ਆਇਆ ਸੀ, ਪਰ ਕੁਝ ਕਾਰਨਾਂ ਕਰਕੇ ਇੱਥੇ ਹੀ ਆ ਗਿਆ ਸੀ। ਜਦ ਅਸੀਂ ਹੋਟਲ ਵਿੱਚ ਗਏ ਅਤੇ ਅੱਗੇ ਸਾਨੂੰ ਉਹੀ ਮਿਲ ਗਿਆ, ਅਸੀਂ ਆਪਸ ਵਿੱਚ ਬੜੇ ਆਨੰਦਪੂਰਵਕ ਮਿਲੇ ਅਤੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਥੋੜ੍ਹੀ ਦੇਰ ਬਾਅਦ ਰੁਲੀਆ ਸਿੰਘ ਅਤੇ ਅਰਜਨ ਸਿੰਘ ਸਰਾਭੇ ਦੇ ਆ ਗਏ ਅਤੇ ਖੁਸ਼ੀ ਨਾਲ ਮਿਲੇ। ਅਗਲੇ ਦਿਨ ਸਭ ਕੋਲ ਜਾ ਕੇ ਉਗਰਾਹੀ ਕੀਤੀ। ਕੋਈ $150 ਤੋਂ ਉੱਪਰ ਇੱਥੇ ਹੋ ਗਿਆ ਅਤੇ ਰਾਤ ਕਰਤਾਰ ਸਿੰਘ ਪਾਸ ਹੋਟਲ ਵਿੱਚ ਰਹੇ। ਨੰਦ ਸਿੰਘ ਜੀ ਨੇ ਆਖਿਆ, ਕਰਤਾਰ ਸਿੰਘ, ਸਾਡੀ ਮਨਸ਼ਾ ਸੀ ਕਿ ਅਸੀਂ ਫੌਜੀ ਕੰਮ ਸਿੱਖੀਏ ਅਤੇ ਵਿੱਚ ਇਹ ਰੁਕਾਵਟ ਪੈਂਦੀ ਹੈ ਕਿ ਫੌਜੀ ਕੰਮ ਟੋਪੀ ਪਾ ਕੇ ਸਿੱਖੋ। ਇਸ 'ਤੇ ਬਹੁਤ ਬਹਿਸ ਹੋਣ ਦੇ ਮਗਰੋਂ ਡਾਕਟਰ ਵੀਲਰ, ਜੋ ਪ੍ਰੈਜ਼ੀਡੈਂਟ ਯੂਨੀਵਰਸਿਟੀ ਦਾ ਹੈ, ਉਸ ਨੇ ਆਖਿਆ ਹੈ ਕਿ ਜੇ ਤੁਸੀਂ 25 ਵਿਦਿਆਰਥੀ ਪੱਗਾਂ ਵਾਲੇ ਕਰ ਲਵੋ
ਤਾਂ ਅਸੀਂ ਤੁਹਾਨੂੰ ਫੌਜੀ ਕੰਮ ਸਿਖਾ ਦੇਵਾਂਗੇ। ਮੇਰੀ ਰਾਏ ਹੈ ਕਿ ਤੂੰ ਚੱਲ ਕੇ ਪੜ੍ਹ ਅਤੇ ਅਸੀਂ ਫੌਜੀ ਕੰਮ ਸਿੱਖਾਂਗੇ। ਕਰਤਾਰ ਸਿੰਘ ਬੜਾ ਹੋਣਹਾਰ ਨੌਜਵਾਨ ਸੀ। ਉਹ ਜੋ ਗੱਲ ਕਰਨੀ ਹੋਵੇ ਫੌਰਨ ਉਸ 'ਤੇ ਵਿਚਾਰ ਕਰਕੇ ਆਪਣਾ ਪੱਕਾ ਫੈਸਲਾ ਦੇ ਦਿੰਦਾ। ਉਸ ਨੇ ਝੱਟ ਮੰਨ ਲਿਆ ਅਤੇ ਆਖਿਆ, ਮੈਂ ਚੱਲਣ ਨੂੰ ਤਿਆਰ ਹਾਂ। ਆਖਿਰ ਅਸੀਂ ਪੱਕੀ ਕਰਕੇ ਆਖਿਆ ਕਿ ਮੁੜਦੇ ਹੋਏ ਆਪ ਨੂੰ ਨਾਲ ਲੈ ਕੇ ਚੱਲਾਂਗੇ। ਬਾਬਾ ਜਵਾਲਾ ਸਿੰਘ ਅਤੇ ਨੰਦ ਸਿੰਘ ਵੈਨਕੂਵਰ ਵਿੱਚ ਅੱਧ ਜਨਵਰੀ ਤੱਕ ਠਹਿਰੇ। ਬਾਬਾ ਜੀ ਲਿਖਦੇ ਹਨ, ਇੱਧਰ ਜਨਵਰੀ ਦਾ ਮਹੀਨਾ ਤਕਰੀਬਨ ਅੱਧਾ ਬੀਤਣ ਵਾਲਾ ਹੈ। ਉੱਧਰ ਇਸੇ ਮਹੀਨੇ ਕਾਲਜਾਂ ਦੀ ਖੁੱਲ੍ਹ ਹੋਣੀ ਹੈ ਅਤੇ ਨਵੇਂ ਸਾਲ ਵਾਸਤੇ ਵਿਦਿਆਰਥੀ ਆਪਣੀਆਂ ਫੀਸਾਂ ਦੇ ਕੇ ਦਵਾ-ਦਵ ਦਾਖਲ ਹੁੰਦੇ ਜਾਂਦੇ ਹਨ। ਇੱਧਰ ਨੰਦ ਸਿੰਘ ਅਤੇ ਉਸਦੇ ਸਾਥੀਆਂ ਦਾ ਵੀ ਕਾਲਜ ਵਿੱਚ ਦਾਖਲਾ ਹੋਣਾ ਹੈ। ਮੈਂ ਨੰਦ ਸਿੰਘ ਨੂੰ ਆਖਿਆ, ਤੂੰ ਚੱਲ ਕੇ ਆਪਣੇ ਸਾਥੀਆਂ ਸਮੇਤ ਕਾਲਜ ਵਿੱਚ ਦਾਖਲ ਹੋ। ਮੈਂ ਕੁਝ ਦੇਰ ਨਾਲ ਆਵਾਂਗਾ। ਬਰਕਲੀ ਯੂਨੀਵਰਸਿਟੀ ਵਿੱਚ ਪੜ੍ਹਨ ਦੀ ਮਿੱਥ। ਉਪਰੋਕਤ ਬਿਰਤਾਂਤ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਨੰਦ ਸਿੰਘ ਨੇ ਵੈਨਕੂਵਰ ਤੋਂ ਵਾਪਸੀ 'ਤੇ ਭਾਈ ਕਰਤਾਰ ਸਿੰਘ ਸਰਾਭਾ ਨੂੰ ਆਪਣੇ ਨਾਲ ਲਿਆ ਅਤੇ ਜਨਵਰੀ 1913 ਦੇ ਆਰੰਭ ਵਿੱਚ ਉਹ ਦੋਵੇਂ ਬਰਕਲੀ ਪਹੁੰਚ ਗਏ। ਇਹ ਧਾਰਨਾ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੀ ਹੈ ਕਿ ਕਰਤਾਰ ਸਿੰਘ ਸਰਾਭਾ ਨੇ ਜਨਵਰੀ 1913 ਵਿੱਚ ਬਰਕਲੀ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ। ਪਰ ਕੈਲੀਫੋਰਨੀਆ ਰਹਿੰਦੇ ਸਾਡੇ ਇੱਕ ਮਿੱਤਰ ਜਸਜੀਤ ਸਿੰਘ ਨੇ ਬਰਕਲੀ ਯੂਨੀਵਰਸਿਟੀ ਦੇ ਪ੍ਰਬੰਧਕੀ ਅਮਲੇ ਕੋਲੋਂ ਕਰਤਾਰ ਸਿੰਘ ਸਰਾਭਾ ਦੇ ਯੂਨੀਵਰਸਿਟੀ ਵਿੱਚ ਦਾਖਲੇ ਬਾਰੇ ਠੋਸ ਸਬੂਤ ਹਾਸਲ ਕਰਨ ਦਾ ਯਤਨ ਕੀਤਾ ਤਾਂ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਸਰਾਭੇ ਦੇ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਬਾਰੇ ਕੋਈ ਸਬੂਤ ਨਹੀਂ ਮਿਲਿਆ। ਸਾਰੇ ਰਿਕਾਰਡ ਦੀ ਬਰੀਕੀ ਵਿੱਚ ਛਾਣਬੀਣ ਕਰਨ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀਆਂ ਦਾ ਸਾਫ਼ ਕਹਿਣਾ ਸੀ ਕਿ 1912 ਤੋਂ ਲੈ ਕੇ 1915 ਤੱਕ ਕਰਤਾਰ ਸਿੰਘ ਨਾਂ ਦਾ ਕੋਈ ਵੀ ਵਿਦਿਆਰਥੀ ਯੂਨੀਵਰਸਿਟੀ ਵਿੱਚ ਦਾਖਲ ਨਹੀਂ ਹੋਇਆ ਸੀ। ਇਸ ਮਾਮਲੇ ਬਾਰੇ ਇੱਕ ਹੋਰ ਉਗੜਵਾਂ ਅਤੇ ਉਤੇਜਨਾ ਭਰਿਆ ਤੱਥ ਇਹ ਹੈ ਕਿ ਭਾਈ ਕਰਤਾਰ ਸਿੰਘ ਸਰਾਭਾ ਨਾਲ ਕੰਮ ਕਰਦੇ ਰਹੇ ਗਦਰੀ ਬਾਬਿਆਂ ਜਿਵੇਂ ਬਾਬਾ ਸੋਹਣ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ, ਭਾਈ ਜਵਾਲਾ ਸਿੰਘ, ਭਾਈ ਸੰਤੋਖ ਸਿੰਘ, ਭਾਈ ਉਦਮ ਸਿੰਘ ਕਸੇਲ ਆਦਿ 'ਚੋਂ ਕਿਸੇ ਨੇ ਵੀ ਆਪਣੀਆਂ ਲਿਖਤਾਂ ਵਿੱਚ ਉਸ ਦੇ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਜ਼ਿਕਰ ਨਹੀਂ ਕੀਤਾ। ਭਾਈ ਪਰਮਾਨੰਦ, ਜਿਹੜਾ ਉਸ ਵੇਲੇ ਬਰਕਲੀ ਯੂਨੀਵਰਸਿਟੀ ਵਿੱਚ ਕੈਮਿਸਟਰੀ ਦੀ ਵਿੱਦਿਆ ਲੈ ਰਿਹਾ ਸੀ, ਨੇ ਆਪਣੀ ਸਵੈ ਜੀਵਨੀ ਵਿੱਚ ਇਹ ਲਿਖਿਆ ਹੈ, ਕਰਤਾਰ ਸਿੰਘ ਸਰਾਭਾ ਉਸ ਵੇਲੇ ਅਮਰੀਕਾ ਅੰਦਰ ਦਿਨੇ ਕੁਝ ਕੰਮ ਕਰਦਾ ਸੀ ਅਤੇ ਕੁਝ ਸਮਾਂ ਇੱਕ ਅਮਰੀਕੀ ਸਕੂਲ ਵਿੱਚ ਪੜ੍ਹਦਾ ਸੀ। ਜੇਕਰ ਸਰਾਭਾ ਉਸ ਵੇਲੇ ਬਰਕਲੀ ਯੂਨੀਵਰਸਿਟੀ ਵਿੱਚ ਪੜ੍ਹਦਾ ਹੁੰਦਾ ਤਾਂ ਭਾਈ ਪਰਮਾਨੰਦ ਨੇ ਇਸ ਦਾ ਜ਼ਿਕਰ ਜ਼ਰੂਰ ਸਪਸ਼ਟ ਸ਼ਬਦਾਂ ਵਿੱਚ ਕੀਤਾ ਹੁੰਦਾ, ਪਰ ਉਸ ਦਾ ਉਪਰੋਕਤ ਬਿਆਨ ਬਹੁਤ ਅਸਪਸ਼ਟ ਹੈ। ਭਾਈ ਹਰਨਾਮ ਸਿੰਘ ਕੋਟਲਾ, ਜਿਸ ਨੇ ਕਰਤਾਰ ਸਿੰਘ ਸਰਾਭਾ ਨਾਲ ਗਦਰ ਅਖਬਾਰ ਦੇ ਦਫ਼ਤਰ ਵਿੱਚ ਇਕੱਠੇ ਕੰਮ ਕੀਤਾ ਸੀ, ਨੇ ਜ਼ਰੂਰ ਇੱਕ ਥਾਂ 'ਤੇ ਸਰਾਭੇ ਦੇ ਬਰਕਲੀ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਉਸ ਵੇਲੇ ਬਰਕਲੀ ਯੂਨੀਵਰਸਿਟੀ ਵਿੱਚ ਪੜ੍ਹਦੇ ਕੁਝ ਬੰਗਾਲੀ ਵਿਦਿਆਰਥੀਆਂ ਨੇ ਵੀ ਸਰਾਭੇ ਦੇ ਉੱਥੇ ਪੜ੍ਹਨ ਦਾ ਦਾਅਵਾ ਕੀਤਾ ਹੈ, ਪਰ ਉਪਰੋਕਤ ਤੱਥਾਂ ਤੇ ਇਹਨਾਂ ਵਿਦਿਆਰਥੀਆਂ ਦੇ ਸਮੁੱਚੇ ਕਿਰਦਾਰ ਨੂੰ ਦੇਖਦੇ ਹੋਏ ਉਹਨਾਂ ਦੇ ਇਸ ਦਾਅਵੇ ਉੱਤੇ ਸ਼ੱਕ ਖੜਾ ਹੁੰਦਾ ਹੈ। ਇਹ ਗੱਲ ਆਮ ਕਹੀ ਜਾਂਦੀ ਹੈ ਕਿ ਜਦੋਂ ਗਦਰ ਅਖਬਾਰ ਚਾਲੂ ਕੀਤਾ ਗਿਆ ਤਾਂ ਭਾਈ ਕਰਤਾਰ ਸਿੰਘ ਸਰਾਭਾ ਨੇ ਆਪਣੀ ਪੜ੍ਹਾਈ ਲਈ ਬਚਾ ਕੇ ਰੱਖੇ ਸਾਰੇ ਪੈਸੇ ਪਾਰਟੀ ਨੂੰ ਦੇ ਦਿੱਤੇ ਸਨ। ਇਸ ਤੋਂ ਵੀ ਇਹ ਗੱਲ ਪੱਕੀ ਹੁੰਦੀ ਹੈ ਕਿ ਭਾਈ ਸਰਾਭੇ ਨੇ ਅਸਟੋਰੀਆ ਤੋਂ ਆ ਕੇ ਪੜ੍ਹਨ ਦਾ ਇਰਾਦਾ ਤਿਆਗ ਦਿੱਤਾ ਸੀ ਅਤੇ ਉਸੇ ਵੇਲੇ ਹੀ ਦੇਸ਼ ਦੀ ਆਜ਼ਾਦੀ ਲਈ ਸੋਚਣਾ ਅਤੇ ਕੰਮ ਕਰਨਾ ਆਰੰਭ ਕਰ ਦਿੱਤਾ ਸੀ। ਵੱਧ ਸੰਭਾਵਨਾ ਇਹ ਹੈ ਕਿ ਅਕਤੂਬਰ ਦੇ ਮਹੀਨੇ ਤੱਕ, ਜਦੋਂ ਤੱਕ ਪਾਰਟੀ ਦਾ ਦਫ਼ਤਰ ਅਤੇ ਗਦਰ ਅਖਬਾਰ ਚਾਲੂ ਨਹੀਂ ਹੋਇਆ ਸੀ, ਭਾਈ ਕਰਤਾਰ ਸਿੰਘ ਸਰਾਭਾ ਜ਼ਿਆਦਾ ਸਮਾਂ ਯੂਲੋ ਕਾਉਂਟੀ ਵਿੱਚ ਭਾਈ ਬੂੜ ਸਿੰਘ ਹੋਰਾਂ ਪਾਸ ਹੀ ਰਿਹਾ। ਇਸੇ ਕਰਕੇ ਉਹਨਾਂ ਨੇ ਪਾਰਟੀ ਦੇ ਜਲਸਿਆਂ ਦੀ ਸ਼ੁਰੂਆਤ ਮਾਰਚ 1913 ਵਿੱਚ ਯੂਲੋ ਤੋਂ ਹੀ ਕੀਤੀ ਸੀ। ਇਸ ਤੋਂ ਇਲਾਵਾ ਇਹ ਵੀ ਜਾਪਦਾ ਹੈ ਕਿ ਇਸ ਸਮੇਂ ਦੌਰਾਨ ਉਸ ਦਾ ਬਰਕਲੀ ਯੂਨੀਵਰਸਿਟੀ ਵਿੱਚ ਲਗਾਤਾਰ ਆਉਣ ਜਾਣ ਬਣਿਆ ਹੋਇਆ ਸੀ ਅਤੇ ਉਹ ਲਾਲਾ ਹਰਦਿਆਲ ਅਤੇ ਭਾਰਤੀ ਵਿਦਿਆਰਥੀਆਂ ਨੂੰ ਅਕਸਰ ਮਿਲਦਾ ਰਹਿੰਦਾ ਸੀ। ਅੱਗੇ ਚੱਲ ਕੇ ਅਸੀਂ ਦੇਖਾਂਗੇ ਕਿ ਮਈ 1914 ਵਿੱਚ ਗਦਰ ਪਾਰਟੀ ਦੀ ਸਥਾਪਨਾ ਕਰਨ ਤੋਂ ਬਾਅਦ ਜਦੋਂ ਲਾਲਾ ਹਰਦਿਆਲ ਬਿਲਕੁਲ ਢਿੱਲਾ ਪੈ ਗਿਆ ਸੀ, ਉਸ ਨੇ ਕਈ ਮਹੀਨਿਆਂ ਤੱਕ ਪਾਰਟੀ ਵੱਲੋਂ ਸੌਂਪੇ ਕਾਰਜ ਨਿਭਾਉਣ ਦਾ ਕੋਈ ਉਦਮ ਨਹੀਂ ਕੀਤਾ ਸੀ ਤਾਂ ਉਸ ਨੂੰ ਕਰਤਾਰ ਸਿੰਘ ਨੇ ਹੀ ਝੰਜੋੜ ਕੇ ਸਰਗਰਮ ਹੋਣ ਲਈ ਪ੍ਰੇਰਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਦੌਰਾਨ ਭਾਵ ਜੂਨ ਤੋਂ ਲੈ ਕੇ ਸਤੰਬਰ ਤੱਕ ਸਰਾਭਾ ਕੈਲੀਫੋਰਨੀਆ ਵਿੱਚ ਲਗਾਤਾਰ ਇਨਕਲਾਬੀ ਸਰਗਰਮੀਆਂ ਵਿੱਚ ਮਸ਼ਰੂਫ ਸੀ। ਉਪਰੋਕਤ ਤੱਥ
ਉਸ ਰਾਸ਼ਟਰਵਾਦੀ ਬਿਰਤਾਂਤ ਨੂੰ ਰੱਦ ਕਰ ਦਿੰਦੇ ਹਨ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਈ ਕਰਤਾਰ ਸਿੰਘ ਸਰਾਭਾ ਅੰਦਰ ਦੇਸ਼ ਭਗਤੀ ਦੀ ਜਾਗ ਬਰਕਲੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਲਾਲਾ ਹਰਦਿਆਲ ਅਤੇ ਹੋਰਨਾਂ ਭਾਰਤੀ ਵਿਦਿਆਰਥੀਆਂ ਦੀ ਸੰਗਤ ਕਰਕੇ ਪੈਦਾ ਹੋਈ ਸੀ। ਇਸ ਬਾਰੇ ਜੋੜੀਆਂ ਅਤੇ ਫੈਲਾਈਆਂ ਗਈਆਂ ਸਾਰੀਆਂ ਕਹਾਣੀਆਂ ਝੂਠੀਆਂ ਸਿੱਧ ਹੋ ਜਾਂਦੀਆਂ ਹਨ ਕਿਉਂਕਿ ਸੱਚ ਇਹ ਹੈ ਕਿ ਸਰਾਭਾ ਅਸਟੋਰੀਆ ਤੋਂ ਮੁੜਨ ਵੇਲੇ ਤੱਕ ਇਨਕਲਾਬੀ ਸਾਂਚੇ ਵਿੱਚ ਢਲ ਚੁੱਕਾ ਸੀ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦੇ 78 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।